ਇੱਥੇ ਆ ਕੇ ਵਰਕ ਪਰਮਿਟ ਲੈ ਕੇ ਪੱਕੇ ਹੁੰਦੇ ਆ। ਕੁਛ ਤਾਂ ਲੋਕ ਕਹਿੰਦੇ ਆ ਵੀ ਹੁਣ ਕਿਉਂਕਿ ਬਾਹਰੋਂ ਬੰਦੇ ਆ ਨਹੀਂ ਰਹੇ, ਕੈਨੇਡਾ ਨੂੰ ਬੰਦਾ 3 ਲੱਖ ਦੇ ਲਗਭਗ ਇਹਨਾਂ ਨੇ ਸਾਲ 'ਚ ਪੱਕਾ ਕਰਨਾ ਹੀ ਆ। ਜਿਨ੍ਹਾਂ ਕੋਲ ਮਾੜਾ ਮੋਟਾ ਵੀ ਇੱਥੇ ਕੋਈ ਪੱਤਰ ਪੁੱਤਰ ਹੈਗਾ ਇਹਨਾਂ ਨੇ ਪੱਕੇ ਕਰ ਦੇਣੇ ਆ ਸਾਰੇ ਇੱਕਦਮ। ਕੁਛ ਕਹਿੰਦੇ ਆ ਵੀ ਸਖਤੀ ਇੰਨੀ ਹੋ ਜਾਣੀ ਵੀ ਸਾਲ 2 ਸਾਲ LMIA ਹੀ ਬੰਦ ਕਰ ਦੇਣੀ। ਜੀ ਜੀ, ਕਿ ਜੇ ਕੈਨੇਡਾ ਨੇ ਆਪਣਾ ਇਮੀਗ੍ਰੇਸ਼ਨ ਦਾ ਟੀਚਾ ਪੂਰਾ ਕਰਨਾ, ਜਿਹੜਾ ਕਿ 3,40,000 ਦੇ ਕਰੀਬ ਸਾਲਾਨਾ ਹੈਗਾ, ਜਿਹਦੇ ਵਿੱਚੋਂ ਹਲੇ ਸਿਰਫ 1.5 ਲੱਖ ਇਹਨਾਂ ਨੂੰ ਆਸ ਹੈਗੀ ਹੈ ਪੂਰਾ ਹੋਣਾ। ਬਾਕੀ ਜਿਹੜਾ ਨਹੀਂ ਪੂਰਾ ਹੋਣਾ, ਜਿਹਦਾ ਵੱਡਾ ਕਾਰਨ ਕਰੋਨਾ ਵਾਇਰਸ ਦੇ ਕਾਰਨ ਬੰਦ ਹੋਈਆਂ ਫਲਾਈਟਾਂ ਅਤੇ ਬੰਦ ਹੋਏ ਸਰਕਾਰੀ ਅਦਾਰੇ ਆ। ਪਰ ਗੱਲ ਹੈਗੀ ਹੈ ਕਿ ਜਦੋਂ ਉਹਨਾਂ ਦਾ ਟੀਚਾ, ਉਹ ਜਿਹੜੇ ਪੱਕੇ ਹੋਏ ਬੰਦੇ ਉਹਨਾਂ ਨੇ ਵੀ ਤਾਂ ਕੰਮ ਹੀ ਕਰਨਾ। ਜੋ ਬੰਦੇ ਪਹਿਲਾਂ ਹੀ ਆਲਰੇਡੀ ਕੈਨੇਡਾ ਦੇ ਵਿੱਚ ਰਹਿ ਕੇ ਵਰਕ ਪਰਮਿਟ ਦੇ ਉੱਤੇ ਕੰਮ ਕਰ ਰਹੇ ਆ, ਤਾਂ ਫਿਰ ਉਹਨਾਂ ਨੂੰ ਪੱਕੇ ਕਰਨ ਦੀ ਕੀ ਜ਼ਰੂਰਤ ਹੈ ਜੀ? ਇਹ ਵੀ ਇੱਕ ਆਪਣੇ ਆਪ ਵਿੱਚ ਸਵਾਲ ਹੈਗਾ ਆ। ਸਰਕਾਰ ਜਿਹੜੀ ਆ, ਅਦਾਰਾ ਇਮੀਗ੍ਰੇਸ਼ਨ ਜਿਹੜਾ ਉਹ ਦੇਖਦਾ ਕਿ ਕਿਹੜੇ ਥਾਂ ਦੇ ਉੱਤੇ ਸਾਡੇ ਕੋਲ ਕਮੀ ਹੈਗੀ ਹੈ ਵਰਕਰਾਂ ਦੀ, ਕਿਹੜੇ ਸੂਬਿਆਂ ਦੇ ਵਿੱਚ, ਕਿਹੜੇ ਕੰਮਾਂ ਦੇ ਵਿੱਚ, ਕਿਹੜੇ ਖਿੱਤਿਆਂ ਦੇ ਵਿੱਚ, ਅਤੇ ਜਿਹੜੇ ਲੋਕਲ ਹੈਗੇ ਆ ਕੰਮ ਉਹ ਮਿਲ ਨਹੀਂ ਰਹੇ। ਇਸ ਕਰਕੇ ਇਹਨਾਂ ਨੂੰ ਖੁੱਲ੍ਹ ਦਿੱਤੀ ਜਾਵੇ ਕਿ ਤੁਸੀਂ ਬਾਹਰੋਂ ਕੰਮ ਕਰਨ ਲਈ ਜਿਹੜੇ ਆ ਕੰਮ ਇਹ ਮੰਗਾ ਲਓ, ਚਾਹੇ ਉਹ ਟਰੱਕਿੰਗ ਹੈ ਜਾਂ ਫਾਰਮਿੰਗ ਹੈ ਜਾਂ ਹੋਰ ਬਹੁਤ ਸਾਰੇ ਹੈਗੇ ਆ। ਮੇਰੇ ਕੋਲ ਪਹੁੰਚੀ ਆ ਹਾਲ ਦੀ ਘੜੀ ਜਿਹੜੀਆਂ LMIA ਆ ਉਹਨਾਂ ਦੇ ਉੱਤੇ ਰੋਕ ਲਾਈ ਜਾ ਰਹੀ ਆ। ਬਹੁਤ ਸਾਰੇ ਲੋਕਾਂ ਨੂੰ ਇਹਦੇ ਬਾਰੇ ਚਿੱਠੀਆਂ ਜਿਹੜੀਆਂ ਆ ਚੁੱਕੀਆਂ, ਇਮੀਗ੍ਰੇਸ਼ਨ ਸਲਾਹਕਾਰਾਂ ਨੂੰ ਪਤਾ ਇਸ ਗੱਲ ਦਾ, ਜਿਹੜੇ ਇਮਾਨਦਾਰ ਹੈਗੇ ਸਲਾਹਕਾਰ ਉਹ ਦੱਸ ਦਿੰਦੇ ਆ। ਕੁਝ ਗੱਲਾਂ ਜਿਹੜੀਆਂ ਲੁਕੋਈਆਂ ਜਾ ਰਹੀਆਂ ਆ। ਇਸ ਤਰ੍ਹਾਂ ਜਿਹੜੇ ਇੰਪਲੋਇਰ ਜਿਨ੍ਹਾਂ ਨੇ ਅਪਲਾਈ ਕਰਨੀ ਹੁੰਦੀ ਹੈ LMIA, ਉਹਨਾਂ ਨੇ ਹੀ LMIA ਲੈ ਕੇ ਦੇਣੀ ਹੁੰਦੀ ਹੈ। ਉਹਨਾਂ ਨੂੰ ਵੀ ਜਿਹੜੀਆਂ ਚਿੱਠੀਆਂ ਆ ਗਈਆਂ ਕਿ ਤੁਸੀਂ LMIA ਦੇ ਵਾਸਤੇ ਅਪਲਾਈ ਕੀਤਾ ਹੋਇਆ, ਤੁਸੀਂ ਆਪਣੀ ਐਪਲੀਕੇਸ਼ਨ ਵਿਦਡਰਾ ਕਰਨੀ ਚਾਹੁੰਦੇ ਆ ਜਾਂ ਇਹਨੂੰ ਮੂਵ ਫਾਰਵਰਡ ਕਰਨਾ ਚਾਹੁੰਦੇ ਆ। ਉਹਦਾ ਮਤਲਬ ਇਹੀ ਨਿਕਲਦਾ ਵੀ ਜੇ ਤੁਸੀਂ ਵਿਦਡਰਾ ਕਰ ਲੈਂਦੇ ਆ, ਤੁਸੀਂ ਆਪਣੀ ਐਪਲੀਕੇਸ਼ਨ ਮੰਨ ਲਓ ਵੀ ਤੁਹਾਨੂੰ ਬੰਦਾ ਨਹੀਂ ਚਾਹੀਦਾ, ਪਰ ਜੇ ਤੁਸੀਂ ਇਹਨੂੰ ਮੂਵ ਫਾਰਵਰਡ ਕਰਦੇ ਆ ਤਾਂ ਉਹਦਾ ਸਿੱਧੇ ਤਰੀਕੇ ਨਾਲ ਕਹਿਣਾ ਇਹ ਆ ਕਿ ਅਸੀਂ ਰਿਫਿਊਜ਼ ਕਰ ਸਕਦੇ ਹਾਂ। ਹੁਣ ਇਹਦੇ ਵਿੱਚ ਸੋਚਣ ਵਾਲੀ ਗੱਲ ਜਿਹੜੀ ਜਸਕਰਨ ਜੀ ਇਹ ਹੈ ਕਿ ਇਸ ਵੇਲੇ ਇੰਪਲੋਇਮੈਂਟ ਰੇਟ ਜਿਹੜਾ ਆ ਕੈਨੇਡਾ ਦੇ ਵਿੱਚ ਬਹੁਤ ਉੱਤੇ ਆ। ਕਰੋਨਾ ਦੇ ਕਰਕੇ ਬਹੁਤ ਸਾਰੇ ਲੋਕ ਜਿਹੜੇ ਆ ਬੇਰੁਜ਼ਗਾਰ ਆ, ਬਹੁਤ ਸਾਰੇ ਲੋਕ ਘਰ ਹੀ ਬੈਠੇ ਆ, ਸਰਕਾਰੀ ਸਹਾਇਤਾ ਲੈ ਰਹੇ ਆ। ਉਹੋ ਜਿਹੇ ਮੌਕੇ ਸਰਕਾਰ ਜਦੋਂ ਆਪਣੇ ਹੀ ਬੰਦਿਆਂ ਨੂੰ ਕੰਮ ਦੇ ਨਹੀਂ ਦੇ ਸਕਦੀ ਤਾਂ ਉਹ ਬਾਹਰਲੇ ਬੰਦੇ ਕਿਵੇਂ ਸੱਦੂ? 22 ਜੂਨ ਦਿਨ ਸੋਮਵਾਰ ਲੈ ਕੇ ਹਾਜ਼ਰ ਹਾਂ ਦ ਸਹੋਤਾ ਐਂਡ ਸਹੋਤਾ ਸ਼ੋ। ਦੋਸਤੋ ਅੱਜ ਦੇ ਸ਼ੋਅ ਵਿੱਚ ਕੁਝ ਖਾਸ ਗੱਲਬਾਤ ਕਰਾਂਗੇ LMIA ਬਾਰੇ। ਬਹੁਤ ਸਾਰੀਆਂ ਚਰਚਾਵਾਂ ਚੱਲ ਰਹੀਆਂ। ਕੁਛ ਲੋਕ ਕਹਿੰਦੇ ਬੰਦ ਹੋ ਜਾਣੀਆਂ, ਕੁਛ ਲੋਕ ਕਹਿੰਦੇ ਆ ਵੀ ਕਿਸੇ ਏਜੰਟ ਨੂੰ ਪੈਸੇ ਨਾ ਫੜਾ ਬੈਠੇ ਹੋ, ਸਾਲ 2 ਸਾਲ ਕੋਈ ਥੋਹ ਪਤਾ ਨਹੀਂ ਲੱਗਣਾ। ਕੁਛ ਕਹਿੰਦੇ ਆ ਇਹਦੇ ਬਿਲਕੁਲ ਉਲਟ ਕਿ ਬੰਦੇ ਬਾਹਰੋਂ ਆ ਨਹੀਂ ਰਹੇ, ਜਿੰਨੇ ਇੱਥੋਂ ਹੈਗੇ ਆ ਇਹ ਸਾਰੇ ਪੱਕੇ ਕਰ ਦੇਣੇ ਆ। ਇਹ ਕੀ ਚਰਚਾ, ਕੀ ਖਬਰ ਆ, ਇਹਦੇ ਬਾਰੇ ਗੱਲਬਾਤ ਕਰਾਂਗੇ। ਕੁਛ ਕੁ ਖਬਰਾਂ ਭਾਰਤ ਬਾਰੇ। ਉੱਥੋਂ ਲੋਕ ਕੈਨੇਡਾ ਆਉਣੇ ਚਾਹੁੰਦੇ ਆ, ਦਿੱਲੀ ਏਅਰਪੋਰਟ ਦੇ ਉੱਤੇ ਖੱਜਲ ਖੁਆਰੀ ਹੋਈ ਆ, ਗਲਤ ਤਰੀਕੇ ਨਾਲ ਸ਼ਾਇਦ ਟਿਕਟਾਂ ਖਰੀਦ ਲਈਆਂ ਉਹਨਾਂ ਨੇ ਜਾਂ ਸਹੀ ਪ੍ਰੋਸੀਜਰ ਫੋਲੋ ਨਹੀਂ ਕੀਤਾ ਜਾਂ ਕਿੱਥੇ ਗੱਲਬਾਤ ਦੀ ਗਲਤੀ ਰਹੀ ਆ। ਇਹਦੇ ਬਾਰੇ ਵਿਸਤਾਰ ਵਿੱਚ ਗੱਲਬਾਤ ਸਰਦਾਰ ਗੁਰਪ੍ਰੀਤ ਸਿੰਘ ਸਹੋਤਾ ਉਹਨਾਂ ਨਾਲ ਦ ਸਹੋਤਾ ਐਂਡ ਸਹੋਤਾ ਸ਼ੋ। ਗੱਲ ਜ਼ਰਾ ਹਟ ਕੇ। ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਜੀ ਆਇਆਂ ਨੂੰ। ਜਸਕਰਨ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਅਤੇ ਨਾਲੇ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਹਮੇਸ਼ਾ ਦੀ ਤਰ੍ਹਾਂ ਮਹਿੰਦਰਾ ਜੂਲਰਸ ਦੇ ਸਹਿਯੋਗ ਦੇ ਨਾਲ ਅਸੀਂ ਇਹ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ। ਪਾਇਲ ਸੈਂਟਰ ਦੇ ਵਿੱਚ, ਸਰੀ ਦੇ ਪਾਇਲ ਸੈਂਟਰ 'ਚ ਮਹਿੰਦਰਾ ਜੂਲਰਸ ਮਸ਼ਹੂਰ ਦੁਕਾਨ, ਜਿੱਥੇ ਗਹਿਣੇ ਦੇ ਨਵੇਂ ਤੋਂ ਨਵੇਂ ਡਿਜ਼ਾਈਨ ਅਤੇ ਖਰਾ ਸੋਨਾ ਖਰੀਦ ਸਕਦੇ ਹੋ, ਜੋ ਕਿ ਇਹਨਾਂ ਦੀ ਖਾਸੀਅਤ ਹੈ। ਬਾਜ਼ਾਰ ਦੇ ਵਿੱਚ ਹੋਰ ਕਿਤੇ ਨਹੀਂ ਮਿਲਦਾ। ਇਹਨਾਂ ਦੇ ਕੋਲ ਡਾਇਮੰਡ ਜੂਲਰੀ ਦੀ ਬਹੁਤ ਵੱਡੀ ਸਿਲੈਕਸ਼ਨ ਹੈ, ਜਿਹਦੇ ਉੱਤੇ ਇਹ 15% ਡਿਸਕਾਊਂਟ ਜਿਹੜਾ ਉਹ ਇਸ ਵੇਲੇ ਦੇ ਰਹੇ ਆ। ਅੱਖੀਂ ਵੇਖਣ ਲਈ ਇਹਨਾਂ ਦੇ ਸ਼ੋਅਰੂਮ 'ਤੇ ਪਹੁੰਚੋ। ਯੂਨਿਟ 332 8128 128 ਸਟਰੀਟ ਸਰੀ। ਅਤੇ ਜੇ WhatsApp 'ਤੇ ਵੀਡੀਓ ਕਾਲ ਕਰਕੇ ਦੁਨੀਆ ਭਰ 'ਚੋਂ ਕਿਤੇੋਂ ਵੀ ਔਨਲਾਈਨ ਗਹਿਣੇ ਦੇਖਣੇ ਜਾਂ ਖਰੀਦਣੇ ਹੋਣ ਤਾਂ ਨੰਬਰ ਸੇਵ ਕਰ ਲਓ 604 916 1010। ਗਹਿਣੇ ਚਾਹੇ ਸੋਨੇ ਦੇ ਲੈਣੇ ਹੋਣ ਜਾਂ ਡਾਇਮੰਡ ਜੂਲਰੀ ਲੈਣੀ ਹੋਵੇ, ਹਮੇਸ਼ਾ ਨਾਂ ਯਾਦ ਰੱਖੋ ਮਹਿੰਦਰਾ ਜੂਲਰਸ। ਜੀ ਗੁਰਪ੍ਰੀਤ ਸਿੰਘ ਜੀ, ਅੱਜ ਬੜੀ ਦੁੱਖ ਭਰੀਆਂ ਖਬਰਾਂ ਟੋਰਾਂਟੋ ਤੋਂ ਆ ਰਹੀਆਂ ਕਿ ਕੁਛ ਅੰਤਰਰਾਸ਼ਟਰੀ ਵਿਦਿਆਰਥੀ ਜਿਹੜੇ ਉਹ ਕਾਲ ਚਲਾਣਾ ਕਰ ਗਏ। ਕਿੱਦਾਂ ਘਟਨਾ ਵਾਪਰੀ ਜੀ? ਇਹ ਦੋ ਜਿਹੜੀਆਂ ਘਟਨਾਵਾਂ ਅੱਡ ਹੋਈਆਂ ਸੀ। ਇੱਕ ਅੰਟਾਰੀਓ ਲੇਕ ਦੇ ਵਿੱਚ ਨੌਜਵਾਨ ਸ਼ਿਵਮ ਅਰੋੜਾ ਜਿਹੜਾ ਜੀ, ਉਹਦੀ ਉਮਰ 20 ਸਾਲ ਆ। ਅੱਛਾ ਜੀ। ਉਹਦੀ ਡੁੱਬ ਕੇ ਮੌਤ ਹੋਈ ਹੈ। ਅਤੇ ਦੂਜੇ ਪਾਸੇ ਇੱਕ ਲੜਕਾ ਹੋਰ ਜਿਹੜਾ ਪੰਜਾਬੀ ਹੈ, ਅਮਰਪ੍ਰੀਤ ਸਿੰਘ ਕੁਝ ਦੱਸ ਰਹੇ ਆ, ਕੁਝ ਨੇ ਨਾਂ ਅਮਨਦੀਪ ਸਿੰਘ ਦੱਸਿਆ, ਮੁੱਦੜ ਲਾਸਟ ਨੇਮ। ਉਹਦੀ ਵੀ ਜਿਹੜੀ ਮੌਤ ਆ ਉਹ ਕੁਬੈਕ ਦੇ ਵਿੱਚ ਹੋਈ ਹੈ। ਦੋ ਅੱਡ ਘਟਨਾਵਾਂ ਨੇ ਜੀ ਇਹ। ਅੱਛਾ ਜੀ। ਜਦੋਂ ਆਪਾਂ ਪ੍ਰੋਗਰਾਮ ਸ਼ੁਰੂ ਕੀਤਾ ਉਨੀ ਦਿਨੀ ਵੀ ਆਪਾਂ ਇਹ ਗੱਲ ਕੀਤੀ ਸੀਗੀ ਕਿ ਹਰ ਸਾਲ ਹਜ਼ਾਰਾਂ ਲੋਕ ਕੈਨੇਡਾ ਵਿੱਚ ਨਵੇਂ ਆਉਂਦੇ ਆ, ਜਿਨ੍ਹਾਂ ਨੂੰ ਬਹੁਤਾ ਕਰਕੇ ਤਾਰਨ ਦਾ ਤਜਰਬਾ ਨਹੀਂ ਹੁੰਦਾ।
ਤੇ ਨਾ ਹੀ ਉਹਨਾਂ ਨੂੰ ਇੱਥੋਂ ਦੇ ਪਾਣੀਆਂ ਦਾ ਪਤਾ ਕਿ ਪਾਣੀ ਕਿੰਨੇ ਡੂੰਘੇ ਆ ਤੇ ਕਿੰਨੇ ਠੰਡੇ ਆ। ਬਹੁਤੇ ਲੋਕ ਤਾਂ ਕੁਝ ਮਿੰਟ ਰਹਿਣ ਬਾਅਦ ਹਾਈਪੋਥਰਮੀਆ ਦੇ ਨਾਲੇ ਮਾਰੇ ਜਾਂਦੇ ਆ। ਸੋ ਅਜਿਹੀਆਂ ਜਿਹੜੀਆਂ ਘਟਨਾਵਾਂ ਉਹ ਵੱਧ ਰਹੀਆਂ। ਇੱਕ ਹੋਰ ਅਜਿਹੀ ਘਟਨਾ ਆਈ ਹੈ BC ਦੇ ਵਿੱਚੋਂ, ਜਿੱਥੇ ਡੈਲਟਾ ਨਿਵਾਸੀ ਇੱਕ 46 ਸਾਲਾਂ ਦੇ ਪਿਤਾ ਜਿਹੜੇ ਸੀਗੇ ਉਹ ਵਾਟਰਫਾਲ ਦੇ ਉੱਤੇ ਆਪਣੀ ਬੱਚੀ ਨੂੰ 2 ਸਾਲਾਂ ਦੀ ਨੂੰ ਬਚਾਉਂਦਿਆਂ ਆਪ ਡੁੱਬ ਕੇ ਜਿਹੜੇ ਆ ਉਹ ਪੂਰੇ ਹੋ ਗਏ, ਉਹ ਵੀ ਫਾਦਰਸ ਡੇ ਵਾਲੇ ਦਿਨ। ਸੋ ਇਹੋ ਜਿਹੀਆਂ ਬਹੁਤ ਮਾੜਾ ਹੋਇਆ। ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਨਾਲ ਇੱਕ ਹੀ ਰਿਲੇਟਡ ਜਿਹੜੀ ਹੋਰ ਵੀ ਖਬਰ ਆ ਰਹੀ ਹੈ ਕਿ ਕੁਝ ਦਿਨ ਤੋਂ ਇਹ ਚਰਚਾ ਚੱਲ ਰਹੀ ਸੀ ਕਿ 2 ਅੰਤਰਰਾਸ਼ਟਰੀ ਵਿਦਿਆਰਥੀ ਜਿਹੜੇ ਉਹ ਲਾਪਤਾ ਹੋ ਗਏ ਆ। ਅੱਛਾ ਜੀ। ਉਹਨਾਂ ਦੇ ਜਿਹੜੇ ਭਾਰਤ ਰਹਿੰਦੇ ਮਾਪੇ ਆ ਉਹ ਲੱਭ ਰਹੇ ਸੀ, ਉਹਨਾਂ ਨੂੰ ਮਦਦ ਦੀ ਮੰਗ ਕਰ ਰਹੇ ਸੀਗੇ। ਤੇ ਹੁਣ ਪਤਾ ਲੱਗਾ ਕਿ ਉਹ ਅਮਰੀਕਾ ਬਾਰਡਰ ਦੇ ਉੱਤੇ ਗ੍ਰਿਫਤਾਰ ਕੀਤੇ ਗਏ ਸੀਗੇ, ਕਿਉਂਕਿ ਉਹ ਟਰੱਕ ਚਲਾਉਂਦੇ ਸੀ ਤੇ ਉਹਨਾਂ ਦੇ ਟਰੱਕ ਦੇ ਵਿੱਚੋਂ ਕੋਈ ਨਸ਼ੀਲੇ ਪਦਾਰਥ ਜਿਹੜੇ ਆ ਉਹ ਬਰਾਮਦ ਹੋਏ ਆ। ਉਹ ਕਸੂਰਵਾਰ ਹਨ ਜਾਂ ਨਹੀਂ ਇਹਦਾ ਹਜੇ ਬਾਅਦ 'ਚ ਫੈਸਲਾ ਹੋਣਾ, ਪਰ ਇਸ ਕਰਕੇ ਜਿਹੜੇ ਉਹਨਾਂ ਨੂੰ ਉੱਥੇ ਰੱਖਿਆ ਗਿਆ ਸੀਗਾ। ਸੋ ਅਜਿਹੀਆਂ ਕੁਝ ਖਬਰਾਂ ਆ ਰਹੀਆਂ ਤੇ ਇੱਕ ਸਰੀ ਤੋਂ ਵੀ ਖਬਰ ਆ ਰਹੀ ਹੈ ਕਿ ਇੱਥੇ ਵੀ ਇੱਕ ਨੌਜਵਾਨ ਪ੍ਰਦੀਪ ਸਿੰਘ, ਉਹਦੀ ਪਿਛਲੇ ਦਿਨੀ ਮੌਤ ਹੋਈ ਹੈ। 138 ਸਟਰੀਟ ਦੇ 72 ਐਵਨਿਊ ਦੇ ਕੋਲੋਂ ਉਹਦੀ ਲਾਸ਼ ਲੱਭੀ ਹੈ। ਕਾਰਨ ਕੀ ਹੋਇਆ ਅਜੇ ਤੱਕ ਪਤਾ ਨਹੀਂ ਲੱਗਾ ਉਹਦੀ ਮੌਤ ਦਾ, ਤੇ ਉਹਦੀ ਲਾਸ਼ ਜਿਹੜੀ ਆ ਉਹ ਵੀ ਪੰਜਾਬ ਭੇਜਣ ਦੇ ਵਾਸਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ, ਪਰ ਕਰੋਨਾ ਜਿਹੜਾ ਜੀ ਵੱਡੀ ਮੁਸ਼ਕਿਲ ਬਣਿਆ ਹੋਇਆ। ਬਿਲਕੁਲ ਜੀ। ਇੱਕ ਹੋਰ ਖਬਰ ਆ ਰਹੀ ਹੈ ਕਿ ਟੋਰਾਂਟੋ ਦੇ ਵਿੱਚ ਬਜ਼ੁਰਗ ਦੀ ਹੱਤਿਆ ਕੀਤੀ ਗਈ, ਕੀ ਮਾਮਲਾ ਜੀ ਇਹ? ਅਸਲ ਦੇ ਵਿੱਚ ਹੋਇਆ ਇਸ ਤਰ੍ਹਾਂ ਕਿ ਅਮਰੀਕਾ ਦੇ ਵਿੱਚ ਆਪਾਂ ਨੂੰ ਪਤਾ ਕਿ ਜਾਰਜ ਫਲੋਇਡ ਦੀ ਮੌਤ ਤੋਂ ਬਾਅਦ ਕਿਵੇਂ ਪੁਲਿਸ ਦੇ ਖਿਲਾਫ ਇੱਕ ਗਮੋ ਗੁੱਸਾ ਬਣਿਆ ਹੋਇਆ ਜੀ। ਸੋ ਤਕਰੀਬਨ ਉਹੋ ਜਿਹੀ ਜਿਹੜੀ ਗੱਲ ਹੈਗੀ ਆ ਉਹ ਟੋਰਾਂਟੋ ਦੇ ਵਿੱਚ ਹੋਈ ਹੈ। ਟੋਰਾਂਟੋ ਦੇ ਇੱਕ ਇਲਾਕੇ ਦੇ ਵਿੱਚ ਸਬਰਬ ਦੇ ਵਿੱਚ ਮਾਲਟਨ ਜਿਹੜਾ ਕਿ ਜਿੱਥੇ ਕਿ ਪੰਜਾਬੀਆਂ ਦੀ ਵੀ ਕਾਫੀ ਵਸੋਂ ਹੈਗੀ ਆ, ਗੋਰਵੇ ਡਰਾਈਵ ਜਿਹੜਾ ਵੈਸਟਵੁੱਡ ਮੋਲ ਇਲਾਕਾ ਜਿਹੜਾ, ਤੇ ਉੱਥੇ ਇੱਕ ਆਜ਼ਾਦ ਚੌਧਰੀ ਨਾਂ ਦੇ 62 ਸਾਲਾਂ ਦੇ ਬਜ਼ੁਰਗ ਸੀਗੇ ਜਿਹੜੇ ਕਿ ਮਾਨਸਿਕ ਰੋਗ ਤੋਂ ਪੀੜਤ ਸੀਗੇ ਜੀ। ਉਹਨਾਂ ਦੀ ਅਪਾਰਟਮੈਂਟ ਦੇ ਵਿੱਚ ਪੁਲਿਸ ਉਹਨਾਂ ਦੇ ਉੱਤੇ ਚੈੱਕਅਪ ਕਰਨ ਗਈ ਹੈ ਕਿ ਉਹ ਸਹੀ ਸਲਾਮਤ ਆ। ਪੁਲਿਸ ਦੀ ਆਪਣੀ ਸਟੇਟਮੈਂਟ ਇਹ ਕਹਿ ਰਹੀ ਆ ਕਿ ਅਸੀਂ ਉੱਥੇ ਚੈਕਿੰਗ ਕਰਨ ਗਏ ਸੀਗੇ ਕਿ ਉਹ ਸਹੀ ਸਲਾਮਤ ਆ, ਪਰ ਉੱਥੋਂ ਜਿਹੜੀ ਵੀਡੀਓ ਰਿਲੀਜ਼ ਹੋਈ ਆ ਉਹ ਹੋਰ ਕੁਛ ਦਿਖਾ ਰਹੀ ਆ ਕਿ ਬਜ਼ੁਰਗ ਦੇ ਉੱਤੇ ਟੇਜ਼ਰ ਜਿਹੜੀ ਗਨ ਹੈ ਉਹ ਵਰਤੀ ਗਈ ਹੈ, ਜਿਹਦੇ ਨਾਲ ਕਿ ਬਿਜਲਈ ਸਦਮਾ ਪਹੁੰਚਦਾ। ਉਸ ਤੋਂ ਬਾਅਦ ਵਿੱਚ ਉਹਨਾਂ ਦੇ ਗੋਲੀਆਂ ਮਾਰੀਆਂ ਗਈਆਂ। ਉਹ ਪੁਲਿਸ ਜਿਹੜੀ ਕਿ ਉਹਨਾਂ ਨੂੰ ਚੈੱਕ ਕਰਨ ਗਈ ਸੀਗੀ ਕਿ ਤੁਸੀਂ ਸਹੀ ਸਲਾਮਤ ਹੋ, ਉਹਨੇ ਜਾ ਕੇ ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਜੀ। ਇਸ ਦੇ ਨਾਲ ਜਿਹੜਾ ਰੋਹ ਪੈਦਾ ਹੋਇਆ ਤੇ ਇੱਥੇ ਟੋਰਾਂਟੋ ਇਲਾਕੇ ਦੇ ਵਿੱਚ ਕੁਝ ਪ੍ਰਦਰਸ਼ਨ ਵੀ ਹੋਏ ਆ ਤੇ ਪੁਲਿਸ ਦੀ ਕਾਰਗੁਜ਼ਾਰੀ ਜਿਹੜੀ ਉਹ ਵੀ ਸ਼ੱਕ ਦੇ ਦਾਇਰੇ ਵਿੱਚ ਆ ਗਈ ਆ। ਇੱਕ ਵਾਰ ਫਿਰ ਪੁਲਿਸ ਦੇ ਉੱਤੇ ਦੋਸ਼ ਲੱਗ ਰਹੇ ਆ ਤੇ ਹੁਣ ਇਸ ਜਿਹੜੀ ਆ ਵਾਰਦਾਤ ਦੀ ਘਟਨਾ ਦੀ ਜਾਂਚ ਜਿਹੜੀ ਆ ਇੱਕ ਸਪੈਸ਼ਲ ਯੂਨਿਟ ਬਣਾਇਆ ਗਿਆ ਪੁਲਿਸ ਵੱਲੋਂ, ਉਹ ਕਰ ਰਹੀ ਹੈ ਕਿ ਆਜ਼ਾਦ ਚੌਧਰੀ ਉਹਨਾਂ ਦੀ ਜਿਹੜੀ ਡੈਥ ਹੈ ਉਹ ਕਿਵੇਂ ਕਿਹਨਾਂ ਹਾਲਾਤਾਂ ਦੇ ਵਿੱਚ ਹੋਈ, ਪਰ ਉੱਥੋਂ ਦੇ ਲੋਕਾਂ ਦੇ ਵਿੱਚ ਇਸ ਨੂੰ ਲੈ ਕੇ ਕਾਫੀ ਜਿਹੜਾ ਆ ਰੋਹ ਹੈਗਾ। ਪੁਲਿਸ ਨੇ ਕੁਝ ਦੱਸਿਆ ਨਹੀਂ ਵੀ ਉਹ ਦੇਖਣ ਗਏ ਗੋਲੀਆਂ ਕਿਵੇਂ ਮਾਰਿਆ, ਕੋਈ ਗੱਲ ਵੀ ਨਹੀਂ ਹੋਈ? ਹਾਲੇ ਜਾਂਚ ਹੋਊਗੀ ਜੀ ਇਸੇ ਗੱਲ ਦੀ। ਪੁਲਿਸ ਤਾਂ ਇਹੀ ਕਹਿ ਰਹੀ ਆਪਣੀ ਜਿਹੜੀ ਉਹਨਾਂ ਦੀ ਮੁੱਢਲਾ ਬਿਆਨ ਇਹੀ ਹੈ ਕਿ ਅਸੀਂ ਉੱਥੇ ਇਹ ਦੇਖਣ ਗਏ ਸੀ ਕਿ ਇਹ ਵਿਅਕਤੀ ਜਿਹੜਾ ਉਹ ਆਪਣੇ ਆਪ ਲਈ ਖਤਰਾ ਹੈ। ਅੱਛਾ। ਤੇ ਉਹ ਵਿਅਕਤੀ ਜਿਹੜਾ ਆਪਣੇ ਆਪ ਲਈ ਖਤਰਾ ਹੈ ਉਹਨੂੰ ਤਾਂ ਪੁਲਿਸ ਨੇ ਬਚਾਉਣਾ ਸੀ, ਉਹਨਾਂ ਦੀ ਜ਼ਿੰਮੇਵਾਰੀ ਇਹ ਸੀਗੀ ਕਿ ਕਿਤੇ ਉਹ ਮਾਨਸਿਕ ਰੋਗ ਦੇ ਵਿੱਚ ਖੁਦਕੁਸ਼ੀ ਨਾ ਕਰ ਲਵੇ, ਪਰ ਉਲਟਾ ਇਹ ਹੋਇਆ ਕਿ ਉਹ ਬੰਦੇ ਨੇ ਕੋਈ ਹਮਲਾ ਵੀ ਨਹੀਂ ਕੀਤਾ ਇਹਨਾਂ ਦੇ ਉੱਤੇ, ਕੋਈ ਇਹੋ ਜਿਹੀ ਭੜਕਾਊ ਕਾਰਵਾਈ ਵੀ ਨਹੀਂ ਕੀਤੀ ਤੇ ਇਹਨਾਂ ਨੇ ਉਹਦੇ ਉੱਤੇ ਗੋਲੀਆਂ ਜਿਹੜੀਆਂ ਚਲਾ ਦਿੱਤੀਆਂ। ਹੁਣ ਇਹ ਪੁਲਿਸ ਜਾਂਚ ਦੇ ਵਿੱਚ ਪਤਾ ਲੱਗੂਗਾ ਕਿ ਅਸਲੀ ਹਾਲਾਤ ਜਿਹੜੇ ਕੀ ਹੋਏ ਆ ਤੇ ਕਿਹਨਾਂ ਹਾਲਾਤਾਂ ਦੇ ਵਿੱਚ ਪੁਲਿਸ ਨੂੰ ਗੋਲੀਆਂ ਚਲਾਉਣੀਆਂ ਪਈਆਂ ਜਾਂ ਇਹ ਬਿਨਾਂ ਭੜਕਾਟ ਤੋਂ ਗੋਲੀਆਂ ਜਿਹੜੀਆਂ ਚਲਾਈਆਂ ਗਈਆਂ। ਗੁਰਪ੍ਰੀਤ ਸਿੰਘ ਸੋਤਾ ਜੀ, ਜਿਹੜੀ ਇੱਥੇ ਦੀ ਇੱਕ ਚਰਚਾ LMIA ਬਾਰੇ ਆ, ਜਿਹੜੀ ਲੋਕ ਇੱਥੇ ਆ ਕੇ ਵਰਕ ਪਰਮਿਟ ਲੈ ਕੇ ਪੱਕੇ ਹੁੰਦੇ ਆ, ਕੁਛ ਤਾਂ ਲੋਕ ਕਹਿੰਦੇ ਆ ਵੀ ਹੁਣ ਕਿਉਂਕਿ ਬਾਹਰੋਂ ਬੰਦੇ ਆ ਨਹੀਂ ਰਹੇ, ਕੈਨੇਡਾ ਨੂੰ ਬੰਦਾ 3 ਲੱਖ ਦੇ ਲਗਭਗ ਇਹਨਾਂ ਨੇ ਸਾਲ 'ਚ ਪੱਕਾ ਕਰਨਾ ਹੀ ਆ, ਵੀ ਜਿਨ੍ਹਾਂ ਕੋਲ ਮਾੜਾ ਮੋਟਾ ਵੀ ਇੱਥੇ ਕੋਈ ਪੁੱਤਰ ਹੈਗਾ ਇਹਨਾਂ ਨੇ ਪੱਕੇ ਕਰ ਦੇਣੇ ਆ ਸਾਰੇ ਇੱਕਦਮ। ਹੁਣ ਕੁਛ ਕਹਿੰਦੇ ਆ ਵੀ ਸਖਤੀ ਇੰਨੀ ਹੋ ਜਾਣੀ ਵੀ ਸਾਲ 2 ਸਾਲ LMIA ਹੀ ਬੰਦ ਕਰ ਦੇਣੀ ਆ। ਕੀ ਗੱਲਬਾਤ ਆ ਜੀ, ਤੁਹਾਡਾ ਕੀ ਲੱਗਦਾ ਤੁਹਾਨੂੰ? ਆਪਾਂ ਇਹਦੇ ਉੱਤੇ ਇੱਕ ਦਿਨ ਅੱਗੇ ਵੀ ਗੱਲ ਕੀਤੀ ਸੀਗੀ ਜੀ। ਜੀ ਦੇਖੋ ਹੋਣ ਨੂੰ ਕੁਛ ਵੀ ਹੋ ਸਕਦਾ, ਇਹ ਲੌਜਿਕ ਮੰਨ ਲੱਗਦਾ ਜੀ ਜੀ ਕਿ ਜੇ ਕੈਨੇਡਾ ਨੇ ਆਪਣਾ ਇਮੀਗ੍ਰੇਸ਼ਨ ਦਾ ਟੀਚਾ ਪੂਰਾ ਕਰਨਾ ਤੇ ਜਿਹੜਾ ਕਿ 3,40,000 ਦੇ ਕਰੀਬ ਸਾਲਾਨਾ ਹੈਗਾ, ਜਿਹਦੇ ਵਿੱਚੋਂ ਹਲੇ ਸਿਰਫ 1.5 ਲੱਖ ਇਹਨਾਂ ਨੂੰ ਆਸ ਹੈਗੀ ਹੈ ਪੂਰਾ ਹੋਣਾ, ਬਾਕੀ ਜਿਹੜਾ ਨਹੀਂ ਪੂਰਾ ਹੋਣਾ, ਜਿਹਦਾ ਵੱਡਾ ਕਾਰਨ ਕਰੋਨਾ ਵਾਇਰਸ ਦੇ ਕਾਰਨ ਬੰਦ ਹੋਈਆਂ ਫਲਾਈਟਾਂ ਅਤੇ ਬੰਦ ਹੋਏ ਸਰਕਾਰੀ ਅਦਾਰੇ ਆ। ਸੋ ਉਹਦੇ ਵਾਸਤੇ ਕੀ ਹੈ ਕਿ ਹੋ ਸਕਦਾ ਕਿ ਉਹ ਸੋਚਣ ਕਿ ਹਾਂ ਜੇ ਟੀਚਾ ਪੂਰਾ ਕਰਨਾ ਤੇ ਪੱਕੇ ਕਰ ਦਈਏ, ਪਰ ਗੱਲ ਹੈਗੀ ਹੈ ਕਿ ਜਦੋਂ ਉਹਨਾਂ ਦਾ ਟੀਚਾ ਉਹ ਜਿਹੜੇ ਪੱਕੇ ਹੋਏ ਬੰਦੇ ਉਹਨਾਂ ਨੇ ਵੀ ਤਾਂ ਕੰਮ ਹੀ ਕਰਨਾ। ਜੋ ਬੰਦੇ ਪਹਿਲਾਂ ਹੀ ਆਲਰੇਡੀ ਕੈਨੇਡਾ ਦੇ ਵਿੱਚ ਰਹਿ ਕੇ ਵਰਕ ਪਰਮਿਟ ਦੇ ਉੱਤੇ ਕੰਮ ਕਰ ਰਹੇ ਆ ਤਾਂ ਫਿਰ ਉਹਨਾਂ ਨੂੰ ਪੱਕੇ ਕਰਨ ਦੀ ਕੀ ਜ਼ਰੂਰਤ ਹੈ ਜੀ? ਇਹ ਵੀ ਇੱਕ ਆਪਣੇ ਆਪ ਵਿੱਚ ਸਵਾਲ ਹੈਗਾ ਆ। ਤੇ ਦੂਜੀ ਗੱਲ LMI ਦੀ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ, ਸਰਕਾਰ ਜਿਹੜੀ ਆ ਅਦਾਰਾ ਇਮੀਗ੍ਰੇਸ਼ਨ ਜਿਹੜਾ ਉਹ ਦੇਖਦਾ ਕਿ ਕਿਹੜੇ ਥਾਂ ਦੇ ਉੱਤੇ ਸਾਡੇ ਕੋਲ ਕਮੀ ਹੈਗੀ ਹੈ ਵਰਕਰਾਂ ਦੀ, ਕਿਹੜੇ ਸੂਬਿਆਂ ਦੇ ਵਿੱਚ, ਕਿਹੜੇ ਕੰਮਾਂ ਦੇ ਵਿੱਚ, ਕਿਹੜੇ ਖਿੱਤਿਆਂ ਦੇ ਵਿੱਚ, ਤੇ ਜਿਹੜੇ ਲੋਕਲ ਹੈਗੇ ਆ ਕੰਮ ਉਹ ਮਿਲ ਨਹੀਂ ਰਹੇ। ਇਸ ਕਰਕੇ ਇਹਨਾਂ ਨੂੰ ਖੁੱਲ੍ਹ ਦਿੱਤੀ ਜਾਵੇ ਕਿ ਤੁਸੀਂ ਬਾਹਰੋਂ ਕੰਮ ਕਰਨ ਲਈ ਜਿਹੜੇ ਆ ਕੰਮ ਮੰਗਾ ਲਓ, ਚਾਹੇ ਉਹ ਟਰੱਕਿੰਗ ਆ ਜਾਂ ਫਾਰਮਿੰਗ ਆ ਜਾਂ ਹੋਰ ਬਹੁਤ ਸਾਰੇ ਹੈਗੇ ਆ ਤਾਰੇ। ਉਹਦੀ ਦੁਰਵਰਤੋਂ ਵੀ ਬਹੁਤ ਹੋਈ ਆ, ਬਹੁਤ ਸਾਰੇ ਲੋਕਾਂ ਨੇ ਤਾਂ ਇਹਨੂੰ ਵਪਾਰ ਬਣਾ ਲਿਆ
कि तुसीं अखबार चक के देखो बहुतियां ऐडां जिहड़ियां हुंदियां ही LMI ਲਈ ਸੀਗੀਆਂ। जे कोई काम वाला बंदा फोन करदा तो उहनूं कहंदे नहीं ये काम ਲਈ ऐड नहीं हैगी। पर हुण की गल होई है कि हाल की घड़ी जिहड़ी अंदरूनी जानकारी मेरे कोल पहुंची है, हाल की घड़ी जिहड़ियां LMI आ उन्हां दे उत्ते रोक लाई जा रही है। बहुत सारे लोगों नूं इहदे बारे चिट्ठियां जिहड़ियां आ चुकीਆਂ हैं। इमीग्रेशन सलाहकारां नूं पता इस गल दा, ਜਿਹੜੇ ਇਮਾਨਦਾਰ ਹੈਗੇ ਸਲਾਹਕਾਰ ਉਹ ਦੱਸ ਦਿੰਦੇ ਆ, ਕੁਝ ਗੱਲਾਂ ਜਿਹੜੀਆਂ ਲੁਕੋਈਆਂ ਜਾ ਰਹੀਆਂ ਆ। ਇਸ ਤਰ੍ਹਾਂ ਜਿਹੜੇ EMPLOYER ਜਿਨ੍ਹਾਂ ਨੇ ਅਪਲਾਈ ਕਰਨੀ ਹੁੰਦੀ ਹੈ LMI, ਉਹਨਾਂ ਨੇ ਹੀ LMI ਲੈ ਕੇ ਦੇਣੀ ਹੁੰਦੀ ਆ। ਉਹਨਾਂ ਨੂੰ ਵੀ ਜਿਹੜੀਆਂ ਚਿੱਠੀਆਂ ਆ ਗਈਆਂ ਕਿ ਤੁਸੀਂ LMI ਦੇ ਵਾਸਤੇ ਅਪਲਾਈ ਕੀਤਾ ਹੋਇਆ, ਤੁਸੀਂ ਆਪਣੀ ਐਪਲੀਕੇਸ਼ਨ ਵਿਦਡਰਾਅ ਕਰਨੀ ਚਾਹੁੰਦੇ ਆ ਜਾਂ ਇਹਨੂੰ ਮੂਵ ਫਾਰਵਰਡ ਕਰਨਾ ਚਾਹੁੰਦੇ ਆ। ਉਹਦਾ ਮਤਲਬ ਇਹੀ ਨਿਕਲਦਾ ਵੀ ਜੇ ਤੁਸੀਂ ਵਿਦਡਰਾਅ ਕਰ ਲੈਂਦੇ ਆ ਤੁਸੀਂ ਆਪਣੀ ਐਪਲੀਕੇਸ਼ਨ ਮੰਨ ਲਓ ਵੀ ਤੁਹਾਨੂੰ ਬੰਦਾ ਨਹੀਂ ਚਾਹੀਦਾ, ਪਰ ਜੇ ਤੁਸੀਂ ਇਹਨੂੰ ਮੂਵ ਫਾਰਵਰਡ ਕਰਦੇ ਆ ਤਾਂ ਉਹਦਾ ਸਿੱਧੇ ਤਰੀਕੇ ਨਾਲ ਕਹਿਣਾ ਇਹ ਆ ਕਿ ਅਸੀਂ ਰਿਫਿਊਜ਼ ਕਰ ਸਕਦੇ ਹਾਂ। ਹੁਣ ਇਹਦੇ ਵਿੱਚ ਸੋਚਣ ਵਾਲੀ ਗੱਲ ਜਿਹੜੀ ਜਸਕਰਨ ਜੀ ਇਹ ਆ ਕਿ ਇਸ ਵੇਲੇ ਇੰਪਲੋਇਮੈਂਟ ਰੇਟ ਜਿਹੜਾ ਆ ਕੈਨੇਡਾ ਦੇ ਵਿੱਚ ਬਹੁਤ ਉੱਤੇ ਆ। ਕਰੋਨਾ ਦੇ ਕਰਕੇ ਬਹੁਤ ਸਾਰੇ ਲੋਕ ਜਿਹੜੇ ਆ ਬੇਰੁਜ਼ਗਾਰ ਆ, ਬਹੁਤ ਸਾਰੇ ਲੋਕ ਘਰ ਹੀ ਬੈਠੇ ਆ, ਸਰਕਾਰੀ ਸਹਾਇਤਾ ਲੈ ਰਹੇ ਆ। ਉਹੋ ਜਿਹੇ ਮੌਕੇ ਸਰਕਾਰ ਜਦੋਂ ਆਪਣੇ ਹੀ ਬੰਦਿਆਂ ਨੂੰ ਕੰਮ ਦੇ ਨਹੀਂ ਦੇ ਸਕਦੀ ਤਾਂ ਉਹ ਬਾਹਰਲੇ ਬੰਦੇ ਕਿਵੇਂ ਸੱਦੂਗੀ? एक अपने आप दे विच सोचण वाला सवाल आ। इस करके LMIA हाल की घड़ी जिहड़ियां बंद कीतियां जांदियां, मैं हाल की घड़ी लफ्ज़ वार वार इस करके वरत रहा क्योंकि कई लोग समझणगे कि शायद पक्कियां बंद कर दित्तियां जाणगियां। पक्कियां भी बंद कीतियां जा सकदियां आ, इहनूं कोई होर नां दित्ता जा सकदा आ, पर जिन्ना चिर कनेडा दा एम्पलॉयमेंट रेट नॉर्मल नहीं हो जांदा उन्ना चिर ये मिलणियां जिहड़ियां लगभग संभव आ, क्योंकि पहल जिहड़ी आ लोकल लोकां नूं काम देण दी जिहड़ी आ ओह होणी आ। इहदे विच एक गल होर जिहड़ी आ जसकरण जी, ओह भी आ बहुत सारे ਜਿਹੜੇ EMPLOYER ने काम देण वाले आ जी, उन्हां दे काम ਜਿਹੜੇ घट गए, उन्हां दे खर्चे ਜਿਹੜੇ वध गए। इस करके उन्होंने सरकार तो $40,000 ਦਾ ਜਿਹੜਾ लोन ਦਿੰਦੀ ਸੀ सरकार ਉਹ ਵੀ ਲਿਆ जी। सरकार ਦੇ ਕੋਲ ਵੇਜ सबसिडी ਲਈ ਵੀ ਅਪਲਾਈ ਕੀਤਾ ਹੋਇਆ। ਬਿਲਕੁਲ, ਜੇ ਮੰਨ ਲਓ 10 ਬੰਦੇ ਕੰਮ ਕਰਦੇ ਸੀ ਉਹਨਾਂ ਵਿੱਚੋਂ 4 ਜਿਹੜੇ ਘਰ ਬੈਠੇ ਸਰਵ ਲੈ ਰਹੇ ਆ, ਸੋ ਤੁਸੀਂ ਇਹ ਲੌਜਿਕ ਰੱਖਦੇ ਆ ਕਿ ਉਹਨਾਂ ਲੋਕਾਂ ਨੂੰ LMI ਦੀ ਅਪਰੂਵਲ ਮਿਲ ਜੂਗੀ ਕਿਸੇ ਵੇਲੇ? ਉਹ ਤਾਂ ਲੱਗਦਾ ਹੀ ਨਹੀਂ। ਬਿਲਕੁਲ, ਸੋ ਇਸ ਕਰਕੇ ਬਹੁਤ ਸਾਰੀਆਂ ਗੱਲਾਂ ਸਮਝਣ ਵਾਲੀਆਂ ਹੁੰਦੀਆਂ ਜਿਹੜੀਆਂ ਕਿ ਅਣਕਿਹਿਆਂ ਅਣਦਿਸਦੀਆਂ ਹੁੰਦੀਆਂ ਪਰ ਸਮਝਣ ਵਾਲੀਆਂ ਹੁੰਦੀਆਂ। ਤੁਹਾਨੂੰ ਕਿਸੇ ਇਮੀਗ੍ਰੇਸ਼ਨ ਸਲਾਹਕਾਰ ਨੇ ਨਹੀਂ ਇਹ ਗੱਲ ਕਹਿਣੀ। LMI ਜਿਹੜੀਆਂ ਆ ਇਮੀਗ੍ਰੇਸ਼ਨ ਸਲਾਹਕਾਰਾਂ ਦੀਆਂ ਕਮਾਊ ਪੁੱਤ ਧੀਆਂ ਆ, ਉਹ ਕਿਉਂ ਕਹਿਣਗੇ ਕਿ ਬੰਦ ਹੋ ਰਹੀਆਂ? पर फिर भी बहुत सारे ईमानदार है ਜਿਹੜੇ ਦੱਸ ਰਹੇ ਆ ਕਿ ਉਹਨਾਂ ਨੂੰ ਚਿੱਠੀਆਂ ਆ ਚੁੱਕੀਆਂ ਇਸ ਗੱਲ ਦੇ ਬਾਰੇ। ਜਿਹੜੀਆਂ LMI ਉਹਨਾਂ ਨੇ 2019 ਦੇ ਵਿੱਚ ਵੀ ਈਵਨ ਅਪਲਾਈ ਕੀਤੀਆਂ ਹੋਈਆਂ ਸੀਗੀਆਂ, ਉਹਨਾਂ ਦਾ ਵੀ ਹਲੇ ਤੱਕ ਕੋਈ ਜਵਾਬ ਨਹੀਂ ਆਇਆ ਜਾਂ ਉਹ ਰਿਫਿਊਜ਼ ਹੋ ਚੁੱਕੀਆਂ ਆ, ਉਹ ਦੁਬਾਰਾ ਭੇਜ ਰਹੇ ਆ। ਉਹ ਤਾਂ ਕਹਿੰਦੇ ਇਹ ਕਾਰਨ ਆ ਵੀ ਆਫੀਸਰ ਘੱਟ ਆ ਜਾਂ ਜਿਹੜਾ ਸਟਾਫ ਆ ਮਤਲਬ ਪਹਿਲਾਂ ਕੰਮ ਕਰਨ ਵਾਲਾ ਘੱਟ ਆ। ਕੁਦਰਤੀ ਸਾਰਾ ਕੁਝ COVID-19 ਸਲੋ ਹੋ ਗਿਆ ਤਾਂ ਉਦਾਂ ਹੀ ਉਹ ਵੀ ਸਲੋ ਹੋ ਗਿਆ। ਜਦੋਂ ਹੀ ਇਹ ਮਾੜਾ ਜਿਹਾ ਠੀਕ ਹੋ ਗਿਆ ਸਾਰਾ ਕੁਝ ਫਿਰ ਉਦਾਂ ਹੋ ਜਾਵੇ। ਵੱਡੀ ਗੱਲ ਤਾਂ ਇਹੀ ਆ ਜੀ ਕਿ ਲੋਕ ਘਰ ਬੈਠੇ ਆ, ਜਿਹੜਾ ਇੰਪਲੋਇਮੈਂਟ ਰੇਟ ਜਿਹੜਾ ਆ ਉਹ ਉੱਪਰ ਹੈਗਾ ਆ ਤੇ ਉਸੇ ਕਰਕੇ ਤਾਂ ਲੋਕੀ ਘਰ ਬੈਠੇ ਆ। ਜੇ ਇੰਪਲੋਇਮੈਂਟ ਰੇਟ ਜਿਹੜਾ ਆ ਉਹ ਉੱਪਰ ਗਿਆ ਉਹਦਾ ਰੀਜ਼ਨ ਇਹੀ ਹੈ ਕਰਕੇ ਲੋਕ ਘਰ ਬੈਠੇ ਆ ਜੀ ਜੀ ਤੇ ਇਹੀ ਕਾਰਨ ਹੈਗਾ ਕਿ ਫਿਰ ਜੇ ਲੋਕਲ ਲੋਕ ਘਰ ਬੈਠੇ ਆ ਤੁਸੀਂ ਬਾਹਰੋਂ ਕਿਵੇਂ ਜਿਹੜੇ ਆ ਬੰਦੇ ਮੰਗਾ ਸਕਦੇ ਆ। ਇਸ ਕਰਕੇ ਜਿਹੜੀ ਵੱਡਾ ਅੜਿੱਕਾ LMI ਦਾ ਉਹ ਇਹ ਬਣ ਰਿਹਾ ਜੀ। ਪਰ ਇਹ ਤਾਂ ਬਹੁਤ ਮਾੜੀ ਗੱਲ ਨਹੀਂ ਹੋ ਜੂਗੀ ਵੀ ਫਿਰ ਬੰਦੇ ਕਿੱਦਾਂ ਆਉਣਗੇ ਤੇ ਕਿੱਦਾਂ ਆਪਣੇ ਪੱਕੇ ਹੋਣਗੇ? ਦੇਖੋ ਜੇ ਤਾਂ ਤੁਸੀਂ ਬੰਦੇ ਆਉਣ ਦੀ ਗੱਲ ਕਰਦੇ ਆ ਤਾਂ ਪਿਛਲੇ 50-60 ਸਾਲ ਤੋਂ ਪੰਜਾਬੀ ਕਿਸੇ ਨਾ ਕਿਸੇ ਤਰੀਕੇ ਆ ਰਹੇ ਆ। ਉਹ ਇਹ ਉਹਨਾਂ ਦੇ ਉੱਤੇ ਛੱਡ ਦੇ ਉਹਨਾਂ ਨੇ ਕਿਹੜਾ ਤਰੀਕਾ ਲੱਭਣਾ। ਬੀਤਿਆਂ ਜਾਣਗੇ 50 ਸਾਲਾਂ ਦੇ ਵਿੱਚ ਅੱਡ-ਅੱਡ ਤਰੀਕੇ ਜਿਹੜੇ ਆ ਵਰਤੇ ਗਏ ਆ। ਪਹਿਲਾਂ ਐਂਟਰੀ ਸਿਸਟਮ ਸੀਗਾ, ਐਂਟਰੀ ਸਿਸਟਮ ਲੈ ਕੇ ਇੱਥੇ ਆ ਜਾਂਦੇ ਸੀਗੇ ਤਾਂ ਆ ਕੇ ਪੱਕੇ ਹੋ ਜਾਂਦੇ ਸੀਗੇ। ਉਸ ਤੋਂ ਬਾਅਦ ਵਿਆਹ ਦਾ ਕਰਕੇ ਚੱਲਿਆ, ਫਿਰ ਫੈਮਿਲੀ ਇਮੀਗ੍ਰੇਸ਼ਨ ਜਿਹੜੀ ਬਹੁਤ ਵੱਡੇ ਪੱਧਰ ਦੇ ਉੱਤੇ ਹੋਈ ਆ, ਬਹੁਤ ਸਾਰੇ ਲੋਕ ਜਿਹੜੇ ਉਹਦੇ ਵਿੱਚ ਨਿਕਲੇ ਆ। ਉਸ ਤੋਂ ਬਾਅਦ ਵਿੱਚ ਵਿਆਹ ਕਰਵਾਉਣ ਦਾ ਸਿਸਟਮ ਇਕੱਲਾ ਰਹਿ ਗਿਆ ਤੇ ਵਿਆਹ ਜਿਹੜਾ ਕਰਾ ਕੇ ਪੰਜਾਬੀ ਆਉਂਦੇ ਰਹੇ ਆ। ਇੱਕ ਵਾਰੀ ਤਾਂ ਇਹ ਵੀ ਹੋ ਗਿਆ ਕਿ ਵਿਆਹ ਕਰਾ ਕੇ ਜੀ ਲੋਕ ਭੱਜ ਜਾਂਦੇ ਆ, ਕਾਨੂੰਨ ਬੰਦ ਕਰ ਦਿਓ। ਸਰਕਾਰ ਨੇ 2-3 ਸਾਲ ਬੰਦ ਰੱਖਿਆ, ਫਿਰ ਦੁਬਾਰਾ ਤੋਂ ਦਬਾਅ ਪਾ ਕੇ ਚਲਾਇਆ ਵੀ ਨਹੀਂ ਇੱਦਾਂ ਨਾ ਕਰੋ, ਡਿਪੋਰਟ ਨਾ ਕਰੋ। ਇਸ ਤੋਂ ਇਲਾਵਾ ਫਿਰ ਪੜ੍ਹੇ ਲਿਖੇ ਲੋਕ ਜਿਹੜੇ ਆ ਅੱਡ ਕੈਟੇਗਰੀਜ਼ ਦੇ ਵਿੱਚ ਉਹ ਸਕਿਲਡ ਵਰਕਰ ਦੇ ਤੌਰ ਤੇ ਉੱਤੇ ਆਉਣ ਲੱਗ ਪਏ। ਇਸ ਦੇ ਨਾਲ ਹੀ ਜਿਹੜੇ ਐਂਟਰਪ੍ਰੈਨਿਓਰ ਸੀਗੇ ਉਹ ਅੱਡ ਕੈਟਾਗਰੀ ਬਣੀ, ਉਹਦੇ ਵਿੱਚ ਆਏ ਆ। ਜਿਹੜੇ ਬਿਜ਼ਨਸਮੈਨ ਸੀਗੇ ਉਹ ਪੈਸਾ ਖਰਚ ਕੇ ਆਏ ਆ। ਫਿਰ ਸਟੂਡੈਂਟ ਆਉਣ ਦਾ ਰਾਹ ਖੁੱਲ੍ਹਿਆ ਤਾਂ ਲੱਖਾਂ ਜਿਹੜੇ ਸਾਡੇ ਪੰਜਾਬੀ ਨੌਜਵਾਨ ਬੱਚੇ ਸੀਗੇ ਉਹ ਸਟੂਡੈਂਟ ਦਾ ਜ਼ਰੀਆ ਜਿਹੜਾ ਲੈ ਕੇ ਉਹ ਆਏ ਆ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਸਾਡੇ ਬਹੁਤ ਥੋੜ੍ਹੇ ਸਟੂਡੈਂਟ ਜਿਹੜੇ ਉਹ ਪੜ੍ਹਨ ਲਈ ਆਉਂਦੇ ਆ। ਜਿਹੜਾ ਉਹਨਾਂ ਦਾ ਐਂਡ ਗੋਲ ਹੁੰਦਾ ਉਹ ਇੱਥੇ ਕੈਨੇਡਾ ਦੇ ਵਿੱਚ ਹੀ ਸੈਟਲ ਹੋਣਾ ਹੁੰਦਾ ਜੀ। ਅਤੇ ਸਟੂਡੈਂਟਾਂ ਦੇ ਨਾਲ LMI ਦਾ ਕੋਈ ਫਰਕ ਨਹੀਂ ਪੈਂਦਾ। ਜਿਹੜੇ ਪੜ੍ਹੇ ਲਿਖੇ ਸਟੂਡੈਂਟ ਆ, ਜਿਹੜੇ ਪੜ੍ਹ ਕੇ ਯੋਗਤਾ ਰੱਖਦੇ ਆ, ਉਹਨਾਂ ਨੂੰ ਆਟੋਮੈਟਿਕਲੀ ਪੜ੍ਹਾਈ ਤੋਂ ਬਾਅਦ ਪੱਕੇ ਹੋਣ ਦੇ ਰਾਹ ਜਿਹੜੇ ਹੈਗੇ ਆ। ਜਿਹੜੇ ਸਟੂਡੈਂਟ ਨਹੀਂ ਪੜ੍ਹਦੇ ਸਾਲ 2 ਸਾਲ ਇੱਧਰ ਉੱਧਰ ਖਰਾਬ ਕਰਕੇ ਫਿਰ ਦੁਬਾਰਾ ਉਹ LMI ਉਹ ਲੈ ਕੇ ਵਰਕ ਪਰਮਿਟ ਦੇ ਵਿੱਚ ਅਪਲਾਈ ਕਰਕੇ ਫਿਰ ਪੱਕੇ ਹੋਣ ਦੀ ਕੋਸ਼ਿਸ਼ ਕਰਦੇ। ਉਹਨਾਂ ਨੂੰ ਜ਼ਰੂਰ ਇਸ ਗੱਲ ਦੇ ਨਾਲ ਫਰਕ ਪੈ ਸਕਦਾ, ਪਰ ਤਰੀਕੇ ਜਿਹੜੇ ਆ ਜੋ ਬਦਲਦੇ ਰਹਿੰਦੇ ਇਮੀਗ੍ਰੇਸ਼ਨ ਦੇ। ਕਰੋਨਾ ਆਉਣ ਤੋਂ ਪਹਿਲਾਂ ਤੁਹਾਨੂੰ ਯਾਦ ਹੋਣਾ ਕਿ ਸਰਕਾਰ ਵਾਰ-ਵਾਰ ਇਹ ਕਹਿ ਰਹੀ ਸੀਗੀ ਕਿ ਨਵੇਂ ਇਮੀਗ੍ਰੇਸ਼ਨ ਮੰਤਰੀ ਆ ਗਏ ਆ, ਇਹ ਜਿਹੜਾ ਸਾਰਾ ਸਿਸਟਮ ਹੈ ਇਹ ਓਵਰਆਲ ਕਰਨਾ ਪੈਣਾ।
ਇਹ LMIA ਦਾ ਵਰਕ ਪਰਮਿਟਸ ਦਾ, ਕਿਉਂਕਿ ਇਹਦੀ ਦੁਰਵਰਤੋਂ ਬਹੁਤ ਹੋ ਰਹੀ ਹੈ। ਵੱਡੀਆਂ ਰਿਪੋਰਟਾਂ ਗਲੋਬਲ ਮੇਜਰ ਕੇ ਅਖਬਾਰਾਂ 'ਚ ਛਪ ਗਈਆਂ ਕਿ ਲੋਕਾਂ ਨੇ ਠੱਗਿਆ ਬਹੁਤ ਹੈ ਲੋਕਾਂ ਨੂੰ। ਇਸ ਕਰਕੇ ਪਹਿਲਾਂ ਹੀ ਪ੍ਰੋਸੀਜਰ ਦੇ ਵਿੱਚ ਸੀਗਾ, ਹੁਣ ਡਬਲ ਮਾਰੇ ਦੇ ਉੱਤੇ ਕਰੋਨਾ ਦੀ ਪਈ ਹੈ ਤੇ ਨਾਲ ਦੀ ਨਾਲ ਜਿਹੜਾ ਆ ਲੋਕੀ ਘਰ ਬੈਠੇ ਆ, ਇਹਦੇ ਕਰਕੇ LMIs ਆਉਣੀਆਂ ਪੋਸੀਬਲ ਨਹੀਂ। ਤੁਸੀਂ ਆਪਣੇ ਰਿਸਕ ਦੇ ਉੱਤੇ ਜੋ ਵੀ ਕੁਝ ਕਰਨਾ ਚਾਹੁੰਦੇ ਆ ਦਰਸ਼ਕ ਸਰੋਤੇ ਕਰ ਸਕਦੇ ਆ, ਪਰ ਕਿਸੇ ਨੂੰ ਵੀ ਪੈਸੇ ਫਸਾਉਣ ਤੋਂ ਪਹਿਲਾਂ ਇਹ ਮੇਕ ਸ਼ੋਰ ਕਰ ਲੈਣਾ ਚਾਹੀਦਾ ਆ ਕਿ ਉਹਨੂੰ ਪਿਛਲੇ ਸਾਲ ਦੇ ਵਿੱਚ ਕਿੰਨੀਆਂ LMIs ਮਿਲੀਆਂ। ਪਰ ਕਹਿੰਦੇ ਟਰੱਕਿੰਗ ਵਗੈਰਾ 'ਚ ਮਿਲ ਰਹੀਆਂ ਇਹ ਅੱਜ ਕੱਲ੍ਹ ਵੀ ਜਿਹੜੀਆਂ ਐਸੈਂਸ਼ੀਅਲ ਸਰਵਿਸਿਜ਼ ਹੈਗੀਆਂ ਉੱਥੇ ਤਾਂ ਕਾਮਿਆਂ ਦੀ ਲੋੜ ਹੈਗੀ ਆ, ਮਿਲਦੇ ਵੀ ਨਹੀਂ ਇੱਥੇ। ਮੈਂ ਜਿਹੜੀਆਂ ਇੱਥੋਂ ਆਪਣੀਆਂ ਲੋਕਲ 3 ਵੱਡੀਆਂ ਕੰਪਨੀਆਂ ਨੂੰ ਅੱਜ ਖਬਰ ਆਉਣ ਤੋਂ ਬਾਅਦ ਫੋਨ ਕੀਤਾ ਜੀ। ਅੱਛਾ ਜੀ। ਮੈਂ ਨਾਂ ਨਹੀਂ ਦੱਸ ਸਕਦਾ ਉਹਨਾਂ ਦੀ, ਜੇ ਉਹ ਲਾਅ ਕਰਨਗੇ ਮੈਂ ਦੱਸ ਵੀ ਦਊਂਗਾ। ਜਿਹੜੀਆਂ ਵੱਡੀਆਂ ਕੰਪਨੀਆਂ ਆਪਣੀਆਂ ਪੰਜਾਬੀਆਂ ਦੀਆਂ, ਉਹ ਕਹਿੰਦੇ ਅਸੀਂ 2019 ਦੇ ਵਿੱਚ ਵੀ ਅਪਲਾਈ ਕੀਤੀਆਂ LMIs, ਸਾਨੂੰ ਨਹੀਂ ਮਿਲੀ। 2020 ਦੇ ਵਿੱਚ ਵੀ ਅਪਲਾਈ ਕੀਤੀਆਂ ਹੋਈਆਂ, ਰਿਫਿਊਜ਼ ਹੋ ਕੇ ਸਾਨੂੰ ਆ ਗਈਆਂ ਆ, ਨਹੀਂ ਮਿਲ ਰਹੀਆਂ। ਉਹਦਾ ਇੱਕ ਵੱਡਾ ਕਾਰਨ ਜਿਹੜੇ ਟਰੱਕਿੰਗ ਵਾਲੇ ਦੱਸ ਰਹੇ ਆ, ਉਹ ਕਹਿੰਦੇ ਸਾਨੂੰ ਪ੍ਰੋਬਲਮ ਆ ਰਹੀ ਆ ਕਿ ਸਾਡੇ ਡਰਾਈਵਰ ਨਹੀਂ ਕੋਈ ਟਿਕ ਰਿਹਾ। ਸਾਡਾ ਜਿਹੜਾ ਬਹੁਤਾ ਕੰਮ ਆ ਉਹ ਵਿਨੀਪੈਗ ਸਸਕੈਚੁਅਨ ਦੇ ਵਿੱਚ, ਮੈਨੀਟੋਬਾ ਦੇ ਵਿੱਚ ਚਲੇ ਗਿਆ, ਕਿਉਂਕਿ ਉੱਥੋਂ ਦੇ ਜਿਹੜੇ ਕਾਨੂੰਨ ਨੇ 2 ਤਰ੍ਹਾਂ ਕੰਮ ਕਰਦੇ ਆ ਜੀ। ਇੱਕ ਸੂਬਾਈ ਕਾਨੂੰਨ ਨੇ, ਇੱਕ ਕੇਂਦਰੀ ਕਾਨੂੰਨ ਨੇ ਕੈਨੇਡਾ ਦੇ। ਜਿਹੜੇ ਮੈਨੀਟੋਬਾ ਤੇ ਸਸਕੈਚੁਅਨ ਸੂਬੇ ਦੇ ਸੂਬਾਈ ਕਾਨੂੰਨ ਨੇ ਉਹ ਪੱਕੇ ਹੋਣ ਦੇ ਵਾਸਤੇ ਬਹੁਤ ਸੌਖੇ ਨੇ। ਜਿੰਨੇ ਨੰਬਰ ਪੱਕੇ ਹੋਣ ਲਈ BC 'ਚ ਚਾਹੀਦੇ ਆ, ਜਿਹੜੀ ਯੋਗਤਾ ਇੱਥੇ ਚਾਹੀਦੀ ਆ ਉਸ ਤੋਂ ਕਿਤੇ ਘੱਟ ਯੋਗਤਾ ਦੇ ਉੱਤੇ ਮੈਨੀਟੋਬਾ ਦੇ ਵਿੱਚ, ਸਸਕੈਚੁਅਨ ਦੇ ਵਿੱਚ ਲੋਕ ਪੱਕੇ ਹੋ ਰਹੇ ਆ। ਇਸ ਕਰਕੇ ਉਹਨਾਂ ਨੂੰ ਘਾਟ ਵੀ ਆ ਰਹੀ ਆ, ਕਾਮੇ ਵੀ ਨਹੀਂ ਮਿਲ ਰਹੇ ਤੇ LMIs ਵੀ ਜਿਹੜੀਆਂ ਉਹ ਨਹੀਂ ਮਿਲ ਰਹੀਆਂ। ਇਹ ਮੈਂ ਖੁਦ ਉਹਨਾਂ ਨਾਲ ਫੋਨ ਕਰਕੇ ਕਨਫਰਮ ਕੀਤਾ। ਇਸ ਤੋਂ ਇਲਾਵਾ 2 ਤੋਂ 3 ਜਿਹੜੇ ਇਮੀਗ੍ਰੇਸ਼ਨ ਸਲਾਹਕਾਰ ਆ ਉਹਨਾਂ ਦੇ ਨਾਲ ਗੱਲ ਹੋਈ ਹੈ, ਕੁਝ ਇੰਪਲੋਇਰਸ ਦੇ ਨਾਲ ਗੱਲ ਹੋਈ ਹੈ ਜਿਨ੍ਹਾਂ ਨੂੰ ਚਿੱਠੀਆਂ ਆਲਰੇਡੀ ਆ ਚੁੱਕੀਆਂ। ਪਰ ਗੱਲ ਮੈਂ ਉਹੀ ਫਿਰ ਵਾਰ-ਵਾਰ ਕਹਿਣਾ ਚਾਹੁੰਦਾ ਕਿ ਇਮੀਗ੍ਰੇਸ਼ਨ ਸਲਾਹਕਾਰ ਬਹੁਤੇ ਅਜਿਹੇ ਹੋਣਗੇ ਜਿਹੜੇ ਕਦੇ ਇਹ ਦੱਸਣਗੇ ਨਹੀਂ ਕਿ ਜਿਹੜਾ ਕੰਮ ਹੈ LMIs ਦਾ ਹੌਲੀ-ਹੌਲੀ ਘਟ ਰਿਹਾ ਹੈ, ਬੰਦ ਹੋ ਰਿਹਾ ਹੈ। ਪਰ ਉਹ ਚਿੱਠੀ ਕਹਿੰਦੇ ਇਹੀ ਉਹਨਾਂ ਨੇ ਚਿੱਠੀ ਦੇ ਵਿੱਚ ਸਰਕਾਰ ਨੇ ਲਿਖਿਆ ਆ ਵੀ ਤੁਸੀਂ ਅਪਲਾਈ ਕੀਤਾ ਸੀ, ਹੁਣ COVID-19 ਕਰਕੇ ਕੰਮ ਜਿਹੜੇ ਆ ਸਾਰੇ ਲੋਕਾਂ ਦੇ ਛੁੱਟ ਗਏ ਆ ਤੇ ਉਹ ਹੁਣ ਦੁਬਾਰਾ ਜਿਹੜਾ ਹੋ ਸਕਦਾ ਤੁਹਾਨੂੰ ਇਹ ਕੰਮ ਜਿਹੜੇ ਤੁਸੀਂ ਬਾਹਰੋਂ ਲੈਣਾ ਚਾਹੁੰਦੇ ਆ ਇਹ ਇੱਥੋਂ ਹੀ ਮਿਲ ਜਾਣ, ਵੀ ਇਹਨੂੰ ਤੁਸੀਂ ਦੁਬਾਰਾ ਇਹਨੂੰ ਰੀਕਨਸੀਡਰ ਕਰੋ। ਵੀ ਉਹਦੇ 'ਚ ਤਾਂ ਆਹੀ ਕੁਝ ਲਿਖਿਆ ਗਿਆ। ਅਸੀਂ ਸਿੱਧਾ ਜਵਾਬ ਇਹੀ ਹੁੰਦਾ ਜੀ, ਹੋਰ ਇਹਦੇ ਵਿੱਚ ਜਵਾਬ ਕਿਵੇਂ ਦੇਣਾ ਹੁੰਦਾ। ਪਰ ਉਹ ਕਹਿੰਦੇ ਤੁਸੀਂ ਕੰਟੀਨਿਊ ਵੀ ਕਰ ਸਕਦੇ ਹੋ, ਤੁਸੀਂ ਵਿਦਡਰਾ ਵੀ ਕਰ ਸਕਦੇ ਹੋ, ਤੁਸੀਂ ਕੰਟੀਨਿਊ ਵੀ ਕਰ ਸਕਦੇ ਆ, ਵੇਟ ਕਰੀ ਚੱਲੋ। ਹੁਣ ਇਸ ਗੱਲ ਦਾ ਜਿਹੜੀ ਮੈਂ ਗੱਲ ਵਾਰ-ਵਾਰ ਜ਼ੋਰ ਪਾ ਕੇ ਕਹਿ ਰਿਹਾ ਵੀ ਹਾਲ ਦੀ ਘੜੀ ਬੰਦ ਹੋ ਰਿਹਾ ਹੈ ਜੀ, ਠੀਕ ਹੈ। ਉਹਦਾ ਮਤਲਬ ਕੀ ਹੈ? ਕਿਉਂਕਿ ਕਰੋਨਾ ਦਾ ਕਿਸੇ ਨੂੰ ਨਹੀਂ ਪਤਾ ਵੀ ਇਹਨੇ ਜਿਹੜਾ ਕਰੋਨਾ ਦਾ ਅਸਰ ਹੈ ਕਿੰਨੇ ਮਹੀਨੇ ਚੱਲਣਾ ਅਜੇ। ਉਸ ਤੋਂ ਬਾਅਦ ਇਹ ਤਾਂ ਹੈ ਨਹੀਂ ਕਿ ਕਰੋਨਾ ਖਤਮ ਹੋਇਆ ਨਾਲ ਦੀ ਨਾਲ ਕੈਨੇਡਾ ਦੀ ਜਿਹੜੀ ਬੇਰੁਜ਼ਗਾਰੀ ਦਰ ਆ ਉਹ ਉੱਪਰ ਚਲੇ ਜਾਣੀ ਹੈ, ਥੱਲੇ ਘਟ ਜਾਣੀ ਹੈ, ਨੌਕਰੀਆਂ ਵੱਧ ਜਾਣੀਆਂ ਆ। ਸੋ ਇਹਨੂੰ ਕੁਝ ਮਹੀਨੇ ਕੁਝ ਸਾਲ ਲੱਗ ਸਕਦੇ ਆ। ਉਸ ਤੋਂ ਬਾਅਦ ਜਾ ਕੇ ਫਿਰ ਉਹਦਾ ਕਿਸ ਰੂਪ ਦੇ ਵਿੱਚ ਜਿਹੜੇ ਵਰਕ ਪਰਮਿਟ ਇਸ਼ੂ ਹੁੰਦੇ ਆ ਜਾਂ ਲੇਬਰ ਮਾਰਕੀਟ ਓਪੀਨੀਅਨ ਆਉਂਦੇ ਆ, ਇਹ ਉਦੋਂ ਦਾ ਵੇਲਾ ਜਿਹੜਾ ਉਹ ਦੱਸੂਗਾ। ਦੂਜੀ ਗੱਲ ਇਹ ਰਾਜਸੀ ਵੀ ਗੱਲਾਂ ਹੈਗੀਆਂ ਨਾਲ, ਚੋਣਾਂ ਕਿੰਨੀ ਦੂਰ ਆ ਉਸ ਵੇਲੇ, ਕਿਹੜੀ ਪਾਰਟੀ ਨੇ ਕਿਵੇਂ ਵੋਟਾਂ ਲੈਣੀਆਂ, ਉਹ ਵੀ ਗੱਲਾਂ ਦੇ ਉੱਤੇ ਨਿਰਭਰ ਜਿਹੜਾ ਆ ਕਰੂਗਾ ਜੀ। ਬਹੁਤ ਸਾਰੇ ਲੋਕ ਜਿਹੜੇ ਆਪਣੇ ਭਾਰਤ ਤੋਂ ਹੁਣ PR ਸਿਟੀਜ਼ਨ ਆ ਰਹੇ ਸੀ, ਉਹਨਾਂ ਨੂੰ ਕਹਿੰਦੇ 에ਅਰਪੋਰਟ ਦੇ ਉੱਤੇ ਕੁਝ ਖੱਜਲ ਖੁਆਰੀ ਹੋਈ ਹੈ, ਕੀ ਮਾਮਲਾ ਜੀ ਇਹ? ਜਿਹੜੇ ਤਾਂ ਲੋਕ ਜੀ ਸਹੀ ਫਲਾਈਟਸ ਤੇ ਰਾਹੀਂ ਆਏ ਆ, ਹਾਂਜੀ, ਉਹਨਾਂ ਨੂੰ ਕੋਈ ਖਤਰਾ ਨਹੀਂ ਹੈਗਾ ਸੀਗਾ, ਉਹ ਸਾਰੇ ਸਹੀ ਸਲਾਮਤ ਪਹੁੰਚ ਗਏ ਆ। ਜਿਹੜਾ ਨੇ ਕਤਰ 에ਅਰਵੇਜ਼ ਦੇ ਵਿੱਚ ਟਿਕਟਾਂ ਲਈਆਂ ਸੀ ਜਾਂ ਜਿਹੜੇ 에ਅਰ ਇੰਡੀਆ ਦੇ ਜਹਾਜ਼ ਆਏ ਆ ਤੇ ਈਵਨ ਜਿਹੜੇ 에ਅਰ ਕੈਨੇਡਾ ਦੇ ਪਹਿਲਾਂ ਆਏ ਆ, ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆ ਰਹੀ। ਹੁਣ ਜਿਹੜੀ ਪ੍ਰੋਬਲਮ ਇਹ ਆ ਰਹੀ ਹੈ ਕਿ ਕੁਝ ਜਿਹੜੇ ਲੋਕ ਆ ਉਹਨਾਂ ਨੇ ਬਿਨਾਂ ਪੂਰੀ ਪੜਤਾਲ ਕੀਤਿਆਂ ਜਿਹੜੀਆਂ ਟਿਕਟਾਂ ਖਰੀਦੀਆਂ ਕਈ ਥਾਵਾਂ ਤੋਂ, ਕਈ ਤਾਂ ਜਾਇਜ਼ ਆ, ਕਈਆਂ ਨੇ ਸਹੀ ਖਰੀਦੀਆਂ ਸੀਗੀਆਂ, ਪਰ ਬਹੁਤ ਸਾਰੇ ਲੋਕ ਜਿਹੜੇ ਉਹ ਖੱਜਲ ਹੋਏ ਆ ਹੁਣ, ਜਿਨ੍ਹਾਂ ਨੇ ਗਲਤ ਏਜੰਟਾਂ ਤੋਂ ਟਿਕਟਾਂ ਲਈਆਂ ਸੀਗੀਆਂ। ਕੈਨੇਡਾ ਦੇ ਵਿੱਚ ਬਹੁਤ ਸਾਰੇ ਟਰੈਵਲ ਏਜੰਟ ਆ ਜਿਹੜੇ ਕਿ ਜਵਾਬ ਦੇ ਰਹੇ ਆ ਇਸ ਵੇਲੇ ਕਿ ਜਿਹੜੀਆਂ ਕੋਈ ਵੀ 에ਅਰਲਾਈਨ ਜਿਹੜੀ ਉਹ ਨਹੀਂ ਚੱਲ ਰਹੀ ਜਾਂ ਨਹੀਂ ਲਿਆ ਰਹੀ, ਸਿਰਫ ਐਮਰਜੈਂਸੀ ਫਲਾਈਟਸ ਆ ਰਹੀਆਂ ਆ। ਫੋਰ ਐਗਜ਼ਾਮਪਲ 에ਅਰ ਇੰਡੀਆ ਦੀ ਹੀ ਗੱਲ ਲੈ ਲਈਏ ਆਪਾਂ ਜੀ। 에ਅਰ ਇੰਡੀਆ ਦੇ ਅਫੀਸ਼ੀਅਲੀ 1700 ਬੰਦੇ ਕਿਹਾ ਸੀਗਾ ਦੂਜੀ ਟਰਮੀਨਲ ਵਿੱਚ ਲਿਆਉਣ ਦੇ ਵਾਸਤੇ, ਤਾਂ ਕੁਝ ਹੀ ਘੰਟਿਆਂ ਦੇ ਵਿੱਚ ਹਜ਼ਾਰਾਂ ਲੋਕਾਂ ਨੇ ਅਪਲਾਈ ਕਰ ਦਿੱਤਾ ਟਿਕਟਾਂ ਲੈਣ ਦੇ ਵਾਸਤੇ। ਉਹ ਸਾਈਟ ਕਰੈਸ਼ ਹੋ ਗਈ। ਉਸ ਤੋਂ ਬਾਅਦ ਕੀ ਹੈ ਕਿ ਉਹਨਾਂ ਦੀ ਐਪ ਤੋਂ ਕੁਝ ਟਿਕਟਾਂ ਹੋ ਗਈਆਂ, ਕੁਝ ਉਹਨਾਂ ਦੀ ਵੈਬਸਾਈਟ ਤੋਂ ਹੋ ਗਈਆਂ। ਪਰ ਉਸ ਤੋਂ ਬਾਅਦ ਦੇ ਵਿੱਚ ਵੀ ਜਿਹੜੇ ਏਜੰਟ ਆ ਭਾਰਤ ਦੇ ਵਿੱਚ ਉਹ ਟਿਕਟਾਂ ਵੇਚਦੇ ਰਹੇ ਆ ਲੋਕਾਂ ਨੂੰ ਇਹ ਕਹਿ ਕੇ ਕਿ 에ਅਰ ਇੰਡੀਆ ਜਿਹੜੀ ਚੱਲਣੀ ਹੈ ਇੰਨੀ ਤਰੀਕ ਨੂੰ ਚੱਲਣੀ ਆ। ਉਹ ਟਿਕਟਾਂ ਕਈਆਂ ਨੇ 1.5 ਲੱਖ ਰੁਪਏ ਦੀਆਂ ਜਿਹੜੀਆਂ ਆ ਉਹ ਖਰੀਦੀਆਂ ਹੋਈਆਂ। ਉਹੀ ਟਿਕਟਾਂ ਬਾਰੇ ਜੋ ਇੱਥੇ ਲੋਕਲ ਟਰੈਵਲ ਏਜੰਟਸ ਨੂੰ ਪੁੱਛਦੇ ਸੀਗੇ, ਕਿਉਂਕਿ ਕੈਨੇਡਾ ਦੇ ਕਾਨੂੰਨ ਵਿੱਚ ਬੱਝੇ ਹੋਏ ਆ, ਇਹ ਕਹਿੰਦੇ ਸਾਨੂੰ ਤਾਂ ਕੋਈ ਇਹੋ ਜਿਹੀ ਟਿਕਟ ਸ਼ੋਅ ਨਹੀਂ ਹੋ ਰਹੀ। ਤੇ ਉੱਧਰ ਜਿਹੜੇ ਕਿਉਂਕਿ ਸਾਡੇ ਲੋਕੀ ਉੱਡਦਿਆਂ ਦੇ ਬਹੁਤ ਮਗਰ ਲੱਗਦੇ ਆ, ਫਲਾਨਾ ਇੱਦਾਂ ਕਹਿ ਰਿਹਾ ਵੀ ਉਹ ਆਇਆ, ਫਲਾਨਾ ਕਹਿ ਰਿਹਾ ਕਿ ਉਹਨੂੰ ਟਿਕਟ ਮਿਲੀ ਆ, ਤੁਹਾਨੂੰ ਕਿਉਂ ਨਹੀਂ ਮਿਲੀ? ਕਿਉਂਕਿ ਲੋਕ ਉੱਥੇ ਫਸੇ ਹੋਏ ਆ, ਲੋਕ ਉੱਥੋਂ ਨਿਕਲਣਾ ਚਾਹੁੰਦੇ ਆ, ਪਰੇਸ਼ਾਨ ਆ, ਮੈਡੀਕਲ ਰੀਜ਼ਨ ਆ ਕਈਆਂ ਦੇ, ਪਿੱਛੇ ਕੰਮਾਂ ਕਾਰਾਂ ਦਾ ਆ, ਉਹਨਾਂ ਨੂੰ ਲੱਗਦਾ ਵੀ ਕਿਤੇ ਨਾ ਕਿਤੇ ਡੁੱਬਦੇ ਨੂੰ ਤਿਣਕੇ ਦਾ ਸਹਾਰਾ ਮਿਲ ਜਾਵੇ। ਪਰ ਇਸ ਦੀ ਆੜ ਦੇ ਜਿਹੜੇ ਠੱਗ ਲੋਕ ਆ ਉਹ ਸਰਗਰਮ ਹੋਏ ਆ, ਉਹ ਲੋਕਾਂ ਨੂੰ ਲੁੱਟ ਰਹੇ ਆ। ਤੇ ਇਹ ਵੀ ਕੋਈ ਅਜਿਹਾ ਹੀ ਮਾਮਲਾ ਜਿਹੜਾ ਪ੍ਰਤੀਤ ਹੁੰਦਾ ਜਿਹਦੇ ਵਿੱਚ ਗਲਤ ਤਰੀਕੇ ਦੀਆਂ ਟਿਕਟਾਂ ਵੇਚੀਆਂ ਗਈਆਂ। ਉਹ ਲੋਕ ਜਦੋਂ 에ਅਰਪੋਰਟ ਦੇ ਉੱਤੇ ਗਏ ਆ, ਹਾਲਾਂਕਿ ਉਹਨਾਂ ਕੋਲ ਪ੍ਰੋਪਰ ਟਿਕਟਾਂ ਸੀਗੀਆਂ,
ਉਹਨਾਂ ਕੋਲ ਪ੍ਰੋਪਰ ਵੈਬ ਚੈੱਕ ਇਨ ਹੋਏ ਆ, ਪਰ ਉੱਥੇ ਉਹਨਾਂ ਨੂੰ ਇਹ ਕਹਿ ਦਿੱਤਾ ਗਿਆ ਕਿ ਕੈਨੇਡੀਅਨ ਐਮਬੈਸੀ ਕੋਲੋਂ ਕੋਈ ਚਿੱਠੀ ਲੈ ਕੇ ਆਓ ਪਰਮਿਸ਼ਨ ਦੀ, ਤਾਂ ਤੁਹਾਨੂੰ ਜਿਹੜੀ ਉਡਾਨ ਦੇ ਵਿੱਚ ਬਹਿਣ ਦਿੱਤਾ ਜਾਊਗਾ, ਜਿਹੜੀ ਕਿ ਦਿੱਲੀੋਂ ਟੋਕੀਓ ਨੂੰ ਤੇ ਫਿਰ ਟੋਕੀਓ ਤੋਂ ਵੈਨਕੂਵਰ ਜਿਹੜੀ ਆ ਆਉਣੀ ਸੀਗੀ। ਇਸ ਤਰ੍ਹਾਂ ਲੋਕ ਖੱਜਲ ਹੋਏ ਆ, ਵਰਨਾ ਜਿਹੜੀਆਂ ਸਹੀ ਫਲਾਈਟਸ ਚਾਹੇ ਉਹ ਅਮਰੀਕਾ ਦੇ ਵਿੱਚ ਆਈਆਂ ਜੀ, ਚਾਹੇ ਉਹ ਕੈਨੇਡਾ ਵਿੱਚ ਵੈਨਕੂਵਰ ਜਾਂ ਟੋਰਾਂਟੋ ਆਈਆਂ, ਉਹਨਾਂ ਵਿੱਚ ਲੋਕ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੇ ਆ ਜੀ। ਟਰੰਪ ਸਾਹਿਬ ਦੀ ਰੈਲੀ ਬਹੁਤ ਚਰਚਾ ਦੇ ਵਿੱਚ ਆ, ਕਹਿੰਦੇ ਬਹੁਤ ਸਾਰੀਆਂ ਸੀਟਾਂ ਜਿਹੜੀਆਂ ਨੀਲੀਆਂ ਖਾਲੀ ਪਈਆਂ ਦਿਖੀਆਂ, ਜਾਂ ਕੁਝ ਲੋਕ ਕਹਿੰਦੇ ਆ ਵੀ ਹਜੇ ਪੋਪੂਲੈਰਿਟੀ ਤਾਂ ਉਨੀ ਆ, ਕੋਵਿਡ ਕਰਕੇ ਲੋਕ ਨਹੀਂ ਜ਼ਿਆਦਾ, ਇਹ ਕੀ ਮਾਮਲਾ ਹੋਇਆ ਜੀ? ਟਰੰਪ ਸਾਹਿਬ ਨੂੰ ਕਈ ਵਿਵਾਦਾਂ ਨੇ ਜੀ ਘੇਰਿਆ ਹੋਇਆ। ਪਹਿਲਾਂ ਤਾਂ ਕਰੋਨਾ ਜਿਹੜਾ ਆ ਜੀ, ਉਹਦੇ ਮਾਰਨ ਵਾਲਿਆਂ ਦੀ ਗਿਣਤੀ ਜਿੰਨੇ ਵਿਸ਼ਵ ਜੰਗ ਪਹਿਲੀ ਦੇ ਵਿੱਚ ਅਮਰੀਕਨ ਮਰੇ ਸੀ ਉਦੋਂ ਵੱਧ ਗਈ। 1,16,000 ਦੇ ਕਰੀਬ ਲੋਕ ਜਿਹੜੇ ਵਿਸ਼ਵ ਜੰਗ ਦੇ ਵਿੱਚ ਅਮਰੀਕਨ ਮਾਰੇ ਗਏ ਸੀ, ਉਦੋਂ ਵੱਡੀ ਗਿਣਤੀ ਹੋ ਗਈ ਆ। ਜਿਵੇਂ ਕਿ ਟਰੰਪ ਸਾਹਿਬ ਕਹਿ ਰਹੇ ਸੀਗੇ ਕਿ ਕੰਟਰੋਲ ਕਰ ਲੈਣਾ ਸੀ, ਕੰਟਰੋਲ ਜਿਹੜਾ ਹੋ ਨਹੀਂ ਰਿਹਾ, ਮੌਤਾਂ ਦੀ ਗਿਣਤੀ ਰੋਜ਼ ਵੱਧ ਰਹੀ ਆ। ਦੂਜਾ ਜਿਹੜਾ ਵਿਵਾਦ ਉਹਨਾਂ ਦਾ ਜਾਰਜ ਫਲੋਇਡ ਦੀ ਮੌਤ ਤੋਂ ਬਾਅਦ ਜਿਸ ਤਰ੍ਹਾਂ ਪ੍ਰਦਰਸ਼ਨ ਹੋਏ ਆ, ਅਮਰੀਕਨ ਸਮਾਜ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ। ਇੱਕ ਪਾਸੇ ਉਹ ਲੋਕ ਹੋ ਗਏ ਜਿਹੜੇ ਕਿ ਨਸਲਵਾਦ ਦੇ ਵਿਰੋਧੀ ਆ, ਇੱਕ ਪਾਸੇ ਉਹ ਸੱਜੇ ਪੱਖੀ ਤਰ੍ਹਾਂ ਆ ਜਿਹੜੀਆਂ ਕਿ ਲੁਕਵੇਂ ਤੌਰ ਦੇ ਉੱਤੇ ਜਾਂ ਸਿੱਧੇ ਤੌਰ ਦੇ ਉੱਤੇ ਨਸਲਵਾਦ ਦੀਆਂ ਹਾਮੀ ਹੈਗੀਆਂ ਆ। ਇਹ ਇੱਕ ਵੱਡੀ ਪ੍ਰੋਬਲਮ ਜਿਹੜੀ ਉਹਨਾਂ ਨੂੰ ਆ ਰਹੀ ਆ। ਤੀਜੀ ਜਿਹੜੀ ਸਭ ਤੋਂ ਵੱਡੀ ਹੁਣ ਤਾਜ਼ਾ ਕੱਲ੍ਹ ਇੱਕ ਜੌਨ ਬੋਲਟਨ ਦੀ ਕਿਤਾਬ, ਜਿਹੜੇ ਕਿ ਉਹਨਾਂ ਦੇ ਸਾਬਕਾ ਕੌਮੀ ਰੱਖਿਆ ਸਲਾਹਕਾਰ ਆ, ਉਹਦੇ ਵਿੱਚ ਇਹੋ ਜਿਹੀਆਂ ਗੱਲਾਂ ਜਿਹੜੀਆਂ ਉਹ ਆ ਰਹੀਆਂ। ਉਹ ਕਿਤਾਬ ਰੋਕਣ ਲਈ ਕਾਨੂੰਨੀ ਚਾਰਾਜੋਈ ਵੀ ਕੀਤੀ ਗਈ, ਸਫਲ ਰਹੇ। ਵਾਈਟ ਹਾਊਸ ਵੱਲੋਂ ਵੀ ਧਮਕੀ ਦਵਾਈ, ਉਹ ਵੀ ਗੱਲ ਨਹੀਂ ਬਣੀ। ਅਤੇ ਇਸ ਕਰਕੇ ਲਗਾਤਾਰ ਪ੍ਰੋਬਲਮਸ ਵੱਧ ਰਹੀਆਂ। ਉਹਦਾ ਉਹਨਾਂ ਦੀ ਹਰਮਨ ਪਿਆਰਤਾ ਦੇ ਉੱਤੇ ਕਿਤੇ ਨਾ ਕਿਤੇ ਅਸਰ ਜਿਹੜਾ ਪੈ ਰਿਹਾ। ਹੁਣ ਇਹ ਜਿਹੜੀ ਤੁਲਸਾ ਵਿਖੇ ਹੋਈ ਰੈਲੀ ਹੈ, ਉਹਦੇ ਵਿੱਚ ਇੱਕ ਹੋਰ ਮੌਜੂ ਬਣਾਇਆ ਗਿਆ ਕਿ ਟਿਕਟੌਕ ਦੇ ਉੱਤੇ ਬੱਚਿਆਂ ਨੇ ਚੱਕ ਕੇ ਪਾਤੀਆਂ ਵੀ ਅਸੀਂ ਟਿਕਟਾਂ ਚਾਹੁੰਦੇ ਹਾਂ ਜੀ ਇਸ ਰੈਲੀ ਦੀਆਂ। ਉਹ ਪਿੱਛੇ ਜਿਹੜੇ ਨਿਆਣੇ ਸ਼ਰਾਰਤੀ ਸੀਗੇ, ਅਤੇ ਟਰੰਪ ਸਾਹਿਬ ਨੇ ਉਹਨਾਂ ਤੋਂ ਉਤਸ਼ਾਹਿਤ ਹੋ ਕੇ ਬਿਆਨ ਦੇ ਦਿੱਤਾ ਵੀ 1 ਮਿਲੀਅਨ ਲੋਕ ਜਿਹੜੇ ਆ ਉਹ ਮੇਰੀ ਰੈਲੀ 'ਚ ਆਉਣਾ ਚਾਹੁੰਦੇ ਆ। ਪਹਿਲਾਂ ਇਹ ਵੀ ਪ੍ਰਬੰਧ ਕਰ ਲਿਆ ਕਿ ਮਾਈਕ ਪੈਂਸ ਨੇ ਤਾਂ ਟਰੰਪ ਨੇ ਬਾਹਰ ਜਾ ਕੇ ਸਟੇਡੀਅਮ ਤੋਂ ਵੀ ਬੋਲਣਾ ਆ। ਪਰ ਜਦੋਂ ਹੋਇਆ ਕਿ ਟਿਕਟਾਂ ਜਿਹੜੀਆਂ ਵਿਕੀਆਂ ਨਹੀਂ, 19,000 ਦੀ ਕਪੈਸਿਟੀ ਵਾਲਾ ਜਿਹੜਾ ਅਰੀਨਾ ਸੀਗਾ, ਉਹ 1/3 ਜਿਹੜੀ ਕਹਿ ਲਓ ਕਿ 33% ਖਾਲੀ ਸੀਗਾ। ਸੋ ਇਸ ਨੂੰ ਲੈ ਕੇ ਕਾਫੀ ਜਿਹੜੀ ਨਿਰਾਸ਼ਾ ਹੈ ਜੀ। ਵੀ ਹੋਇਆ ਕੀ ਆ, ਪਤਾ ਲੱਗਾ ਕਿ ਜਿਹੜੇ ਟਿਕਟੌਕ ਵਾਲੇ ਨਿਆਣੇ ਸੀਗੇ ਜੀ, ਉਹ ਫੂਲ ਬਣਾ ਗਏ ਕਿ ਉਹਨਾਂ ਨੇ ਟਿਕਟਾਂ ਲੈਣੀਆਂ ਨਹੀਂ ਸੀ, ਜਸਟ ਹਾਈਪ ਵੀ ਬਣਾਈ ਹੋਈ ਸੀਗੀ। ਇਸ ਗੱਲ ਨੂੰ ਲੈ ਕੇ ਵੀ ਕਾਫੀ ਜਿਹੜੀ ਹੈ ਨਿਰਾਸ਼ਾ ਉੱਥੇ ਉਸ ਖੇਮੇ ਦੇ ਵਿੱਚ ਹੈਗੀ ਹੈ ਜੀ। ਪੰਜਾਬ ਵਾਲੇ ਪਾਸੇ ਗੱਲ ਕਰਦੇ ਹਾਂ, ਸਰਦਾਰ ਰਵਨੀਤ ਸਿੰਘ ਬਿੱਟੂ ਹੋਣਾ ਦਾ ਇੱਕ ਬਿਆਨ ਚਰਚਾ ਦੇ ਵਿੱਚ ਆ, ਕੀ ਗੱਲਬਾਤ ਆ ਔਰ ਕੀ ਮਾਮਲਾ ਜੀ ਇਹ? ਰਵਨੀਤ ਬਿੱਟੂ ਜੀ ਅਕਸਰ ਚਰਚਾ ਦੇ ਵਿੱਚ ਆਉਣ ਲਈ ਉਹ ਜਿਹੀਆਂ ਗੱਲਾਂ ਕਰਦੇ ਰਹਿੰਦੇ ਆ ਜਿਹੜੀਆਂ ਕਿ ਅਕਸਰ ਸਿੱਖ ਵਿਰੋਧੀ ਜਾਂ ਪੰਥ ਵਿਰੋਧੀ ਜਾਂ ਜਿਹੜੀ ਇੱਕ ਪੰਥਕ ਸਫਾ ਦੇ ਵਿੱਚ ਹਲਚਲ ਮਚਾਉਣ ਵਾਲੀਆਂ ਹੁੰਦੀਆਂ। ਸੋ ਉਹਨਾਂ ਨੇ ਹੁਣ ਜਿਹੜੇ ਤਾਜ਼ਾ ਬਿਆਨ ਦਿੱਤੇ ਆ, ਉਹਨਾਂ ਦੇ ਵਿੱਚ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਨਿਸ਼ਾਨਾ ਬਣਾਇਆ। ਇਸ ਦੇ ਨਾਲ ਹੀ ਦੋ ਜਿਹੜੇ ਗਾਇਕ ਨੇ ਜੀ, ਦਲਜੀਤ ਦੋਸਾਂਝ ਅਤੇ ਜੈਜ਼ੀ ਬੀ, ਉਹਨਾਂ ਨੂੰ ਨਿਸ਼ਾਨਾ ਬਣਾਇਆ ਜੀ। ਉਹਨਾਂ ਨੇ ਮੰਗ ਕੀਤੀ ਆ ਕਿ ਜਿਹੜੇ ਜਥੇਦਾਰ ਅਕਾਲ ਤਖਤ ਸਾਹਿਬ ਆ, ਵੀ ਇਹਨਾਂ ਨੇ ਖਾਲਿਸਤਾਨ ਦੇ ਮੁੱਦੇ ਉੱਤੇ ਬਹੁਤ ਜਿਹੜਾ ਠੋਕਵਾਂ ਬਿਆਨ ਪਿਛਲੇ ਦਿਨ ਉਹਨਾਂ ਨੇ ਦਿੱਤਾ ਸੀਗਾ ਕਿ ਹਰੇਕ ਸਿੱਖ ਜਿਹੜਾ ਖਾਲਿਸਤਾਨ ਦਾ ਚਾਹੁੰਦਾ ਆ, ਕਹਿੰਦੇ ਇਸ ਕਰਕੇ ਉਹਨਾਂ ਦੇ ਉੱਤੇ ਪਰਚਾ ਜਿਹੜਾ ਦਰਜ ਹੋਣਾ ਚਾਹੀਦਾ ਜੀ। ਇਸ ਦੇ ਨਾਲ ਹੀ ਉਹਨਾਂ ਨੇ ਇਹ ਮੰਗ ਕੀਤੀ ਹੈ ਕਿ ਜਿਹੜੇ ਗਾਇਕ ਨੇ ਦਲਜੀਤ ਦੋਸਾਂਝ ਅਤੇ ਜੈਜ਼ੀ ਬੀ, ਹਾਲਾਂਕਿ ਉਹ ਪਹਿਲਾਂ ਸੋਸ਼ਲ ਮੀਡੀਆ ਹੈਂਡਲ 'ਤੇ ਵੀ ਆਪਣੇ ਉਹਨਾਂ ਦੇ ਖਿਲਾਫ ਕਾਫੀ ਕੁਛ ਲਿਖ ਚੁੱਕੇ ਆ, ਹੁਣ ਉਹ ਦੁਬਾਰਾ ਉਸ ਮੁਹਿੰਮ ਨੂੰ ਜਿਹੜੀ ਠੰਡੀ ਪੈ ਗਈ ਸੀ 2 ਹਫ਼ਤੇ ਪਹਿਲਾਂ, ਕਿਸੇ ਅਣਦਿਸ ਦੇ ਕਾਰਨ ਕਰਕੇ ਗਰਮਾ ਰਿਹਾ ਵੀ ਗੱਲ ਠੰਡੀ ਨਾ ਪਵੇ। ਅਤੇ ਉਹਦੇ ਵਿੱਚ ਉਹਨਾਂ ਨੇ ਫਿਰ ਮੰਗ ਕੀਤੀ ਹੈ ਵੀ ਇਹ ਜਿਹੜੇ 2 ਗਾਇਕ ਨੇ, ਇਹਨਾਂ ਦੇ ਉੱਤੇ ਦੇਸ਼ ਧਰੋਹ ਦੇ ਪਰਚੇ ਜਿਹੜੇ ਦਰਜ ਕੀਤੇ ਜਾਣ। ਅਤੇ ਅੱਜ ਉਹਨਾਂ ਨੇ ਇਸ ਤੋਂ ਅੱਗੇ ਵਧਿਆ ਇਹ ਕਿਹਾ ਕਿ ਮੈਂ ਅੱਗੇ ਲੱਗੂੰਗਾ ਅਤੇ ਮੈਂ ਜਥੇਦਾਰ ਅਕਾਲ ਤਖਤ ਸਾਹਿਬ ਦੇ ਉੱਤੇ ਪਰਚਾ ਦਰਜ ਕਰਵਾਉਣ ਦੇ ਵਾਸਤੇ ਅੱਗੇ ਆਵਾਂਗਾ। ਅਤੇ ਨਾਲ ਦੀ ਨਾਲ ਜਿਹੜਾ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਕਾਂਗਰਸੀ ਵਰਕਰ ਨੇ ਪੰਜਾਬ ਦੇ ਵਿੱਚ, ਉਹ ਇਹਨਾਂ ਦੋਵਾਂ ਗਾਇਕਾਂ ਦੇ ਉੱਤੇ ਪਰਚੇ ਦਰਜ ਕਰਵਾਉਣ ਦੇ ਵਾਸਤੇ ਅੱਡ-ਅੱਡ ਥਾਣਿਆਂ ਦੇ ਵਿੱਚ, ਯਾਨੀ ਕਿ ਮਾਸ ਕੰਪਲੇਂਟਸ ਜਿਹੜੀਆਂ ਹੋਣ ਵੀ ਉਹ ਕਰਵਾਉਣ ਦੇ ਵਾਸਤੇ ਅੱਗੇ ਆਉਣ ਜੀ। ਸੋ ਜਿਹੜੀਆਂ ਸਿੱਖ ਜਥੇਬੰਦੀਆਂ ਆ, ਅਤੇ ਉਹ ਇਸ ਗੱਲ ਨੂੰ ਲੈ ਕੇ ਉਹਨਾਂ ਨੂੰ ਚੈਲੰਜ ਕਰ ਰਹੀਆਂ ਆ। ਦਲ ਖਾਲਸਾ ਦੇ ਸਰਦਾਰ ਕੰਵਰਪਾਲ ਸਿੰਘ ਬਿੱਟੂ ਜਿਹੜੇ ਆ ਜੀ, ਉਹਨਾਂ ਨੇ ਵੀ ਚੈਲੰਜ ਕੀਤਾ। ਉਹ ਕਹਿੰਦੇ ਵੀ ਜੇ ਤੇਰੀ ਹਿੰਮਤ ਹੈਗੀ ਆ ਤਾਂ ਫਿਰ ਜਥੇਦਾਰ ਅਕਾਲ ਤਖਤ ਸਾਹਿਬ ਦੇ ਉੱਤੇ ਪਰਚਾ ਜਿਹੜਾ ਉਹ ਦਰਜ ਕਰਾ ਕੇ ਦਿਖਾ। ਅਤੇ ਹੁਣ ਦੇਖਦੇ ਹਾਂ ਕਿ ਫਿਰ ਰਵਨੀਤ ਬਿੱਟੂ ਨਾਲ ਅਗਲਾ ਐਕਸ਼ਨ ਜਿਹੜਾ ਆ ਉਹ ਕੀ ਲੈਂਦੇ ਆ ਜੀ। ਗੁਰਪ੍ਰੀਤ ਸਿੰਘ ਸੋਤਾ ਜੀ, ਬਹੁਤ ਬਹੁਤ ਮਿਹਰਬਾਨੀ, ਤੁਸੀਂ ਪ੍ਰੋਗਰਾਮ 'ਚ ਆਏ, ਸਾਡੇ ਨਾਲ ਵਿਚਾਰ ਸਾਂਝੇ ਕੀਤੇ, ਸ਼ੁਕਰੀਆ ਜੀ। ਸਕਾਂ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਇੱਕ ਵਾਰੀ ਫਿਰ ਤੁਹਾਨੂੰ ਅਤੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਦੋਸਤੋ, ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਕੱਲ੍ਹ ਫਿਰ ਹਾਜ਼ਰ ਹੋਵਾਂਗੇ, ਕੁਛ ਨਵੀਆਂ ਗੱਲਾਂ ਬਾਤਾਂ, ਕੁਛ ਖਬਰਾਂ ਤੇ ਸਰਦਾਰ ਗੁਰਪ੍ਰੀਤ ਸਿੰਘ ਸੋਤਾ ਹੋਣਾ ਦਾ ਤਬਸਰਾ। ਅਲਵਿਦਾ ਦੋਸਤੋ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।